ਅੱਜ ਦਾ ਜਿਹੜਾ ਮਸਲਾ ਹੈ ਥੋੜਾ ਸੰਜੀਦਾ ਵੀ ਹੈ ਪਰ ਇੰਨਾ ਸੰਜੀਦਾ नहीं है कि इस बारे गल ना की जाए। गल बिल्कुल सही है कि चाहे समाज बहुत अगे बढ़ चुकिया है बट पीरियड्स की जिहड़ी एक इशू है हैल्थ इशू वो अज भी अंडर द कवर गल की जाती है। मोस्टली डॉटर्स जो फर्स्ट टाइम पीरियड आता है मदर्स ही रेडी नहीं है कि अपनी डॉटर्स नाल इस बारे गल कर सकन। ਅੱਜ ਦਾ ਸਾਡੀ ਗੱਲਬਾਤ ਦਾ ਟੀਚਾ ਹੋਏਗਾ ਕਿ ਅਸੀਂ ਇਸ ਗੱਲਬਾਤ ਨੂੰ ਸਾਡੇ ਘਰਾਂ ਦੇ ਵਿੱਚ ਨਾਰਮਲਾਈਜ਼ ਕਰ ਸਕੀਏ। ਉਹ ਇਸ ਚੀਜ਼ ਵਾਸਤੇ ਪਹਿਲਾਂ ਤੋਂ ਪ੍ਰੀਪੇਅਰਡ ਹੈ ਤੇ ਉਹ ਨਰਵਸ ਨਹੀਂ ਹੋਣਗੇ, ਉਹ ਡਰਨਗੇ ਨਹੀਂ, ਉਹਨਾਂ ਨੂੰ ਇਹ ਨਹੀਂ ਲੱਗੇਗਾ ਕਿ ਉਹ ਇਹ ਮੇਰੇ ਨਾਲ ਕੀ ਹੋ ਗਿਆ ਹੈ ਨਾ। ਜੇ ਐਜ਼ ਅ ਮਦਰ ਮੈਂ ਨਹੀਂ ਡਿਸਕਸ ਕਰਾਂਗੀ ਤੇ ਮੇਰਾ ਬੱਚਾ ਕਿਤੇ ਨਾ ਕਿਤੇ ਤਾਂ ਉਹ ਇਨਫੋਰਮੇਸ਼ਨ ਲਏਗਾ। ਕਿ ਐਡੋਲੈਸੈਂਸ ਇੱਕ फेज़ है लाइफ का फ्रॉम चाइल्डहुड टू एडल्टहुड एक ट्रांजिशन फेज़ है जिहड़ी एडोलसेंस है। बट अगर किसी बच्चे ते 8 साल से स्टार्ट हो रहे हैं 7 साल से स्टार्ट हो रहे हैं दैन दैट इज़ प्रीकॉशियस प्यूबर्टी। कॉफ़ी किन्नी क ज़्यादा साडे हार्मोन नू बैलेंस या इंबैलेंस करन। देखो कैफीन अपने आप विच बच्चों लई तां बिल्कुल ही ठीक नहीं। छोटे बच्चों नू कॉफ़ी इंट्रोड्यूस करना इज़ अ बैड आइडिया। तो बैटर यह है कि पहला डॉक्टरी राय लई जाए, जिहड़े स्पैसिफिक रेलेवेंट टेस्ट है बस वही कराए जान, बाकी फालतू के टेस्ट ना कराए जान। इन्नी जागरूकता साडे देश की जनता विच नहीं है कि वो इस कैंसर बारे जानन। जे मदर्स जागरूक होणगियां तां वो अपनी डॉटर्स नू भी स्ट्रोंग विमेन बना सकदियां। सत श्री अकाल, मैं अविंदर कौर एक बार फिर स्वागत कर रही हूँ तुहाडा कौर केयर्स दे विच। ਅੱਜ ਦਾ ਜਿਹੜਾ ਮਸਲਾ ਹੈ ਥੋੜਾ ਸੰਜੀਦਾ ਵੀ ਹੈ ਪਰ ਇੰਨਾ ਸੰਜੀਦਾ ਨਹੀਂ ਹੈ ਕਿ ਇਸ ਬਾਰੇ ਗੱਲ ਨਾ ਕੀਤੀ ਜਾਵੇ। ਜਦੋਂ ਵੀ ਇਸ ਮਸਲੇ ਤੇ ਗੱਲ ਕੀਤੀ ਜਾਂਦੀ ਹੈ ਜਾਂ ਤਾਂ ਸਾਡੇ ਅੰਦਰ ਡਰ ਹੁੰਦਾ ਹੈ ਜਾਂ ਸਹਿਮ ਹੁੰਦਾ ਹੈ ਜਾਂ ਫਿਰ ਇਸ ਗੱਲ ਨੂੰ ਸ਼ੁਰੂ ਹੋਣ ਤੋਂ ਪਹਿਲਾਂ ਹੀ ਪਰਦੇ ਪਾਉਣੇ ਸ਼ੁਰੂ ਕਰ ਦਿੱਤੇ ਜਾਂਦੇ ਆ। ਜੀ ਹਾਂ, ਮੈਂ ਗੱਲ ਕਰ ਰਹੀ ਹਾਂ ਸਾਡੀਆਂ ਕੁੜੀਆਂ ਦੇ, ਸਾਡੀਆਂ ਬੇਟੀਆਂ ਦੇ ਫਸਟ ਪੀਰੀਅਡ ਦੀ। ਅੱਜ ਦਾ ਸਾਡੀ ਗੱਲਬਾਤ ਦਾ ਟੀਚਾ ਹੋਏਗਾ ਕਿ ਅਸੀਂ ਇਸ ਗੱਲਬਾਤ ਨੂੰ ਸਾਡੇ ਘਰਾਂ ਦੇ ਵਿੱਚ ਨਾਰਮਲਾਈਜ਼ ਕਰ ਸਕੀਏ, ਅਸੀਂ ਮਾਂ-ਬਾਪ ਨੂੰ ਉਹ ਨੌਲੇਜ ਦੇ ਸਕੀਏ, ਕੁੜੀਆਂ ਨੂੰ ਉਹ ਕੌਨਫੀਡੈਂਸ ਦੇ ਸਕੀਏ ਕਿ ਜਦੋਂ ਵੀ ਉਹਨਾਂ ਨੂੰ ਫਸਟ ਪੀਰੀਅਡਸ ਆਉਣ ਤਾਂ ਉਹ ਘਬਰਾਉਣ ਨਾ, ਆਪਣੇ ਪੇਰੈਂਟਸ ਦੇ ਨਾਲ ਗੱਲ ਕਰ ਸਕਣ। ਇਸ ਬਾਰੇ ਗੱਲਬਾਤ ਕਰਨ ਲਈ ਸਾਡੇ ਨਾਲ ਨੇ ਡਾਕਟਰ ਸੀਮਾ ਸ਼ਰਮਾ ਜੋ ਕਿ ਪਿਛਲੇ 30 ਸਾਲ ਤੋਂ ਐਜ਼ ਅ ਗਾਇਨਕੋਲੋਜਿਸਟ ਸਮਾਜ ਦੇ ਵਿੱਚ ਆਪਣੀਆਂ ਸੇਵਾਵਾਂ ਦੇ ਰਹੇ ਨੇ। ਬਹੁਤ ਬਹੁਤ ਸਵਾਗਤ ਹੈ ਮੈਮ ਤੁਹਾਡਾ। ਥੈਂਕ ਯੂ। ਕੀ ਸੋਚਦੇ ਹੋ ਮੈਮ ਤੁਸੀਂ, ਅੱਜ ਅਸੀਂ 2025 ਦੇ ਵਿੱਚ ਜੀ ਰਹੇ ਹਾਂ ਪਰ ਫਿਰ ਵੀ ਸਾਡੇ ਘਰਾਂ ਦੇ ਵਿੱਚ ਇਸ ਵਿਸ਼ੇ ਤੇ ਗੱਲ ਕਰਨਾ ਇੰਨਾ ਹੈਲਦੀ ਨਹੀਂ ਮੰਨਿਆ ਜਾਂਦਾ। ਅਵਰਿੰਦਰ ਵੈਰੀ ਰਾਈਟਲੀ ਪੁਆਇੰਟਡ ਆਊਟ, ਇਹ ਗੱਲ ਬਿਲਕੁਲ ਸਹੀ ਹੈ ਕਿ ਚਾਹੇ ਸਮਾਜ ਬਹੁਤ ਅੱਗੇ ਵੱਧ ਚੁੱਕਿਆ ਹੈ ਬਟ ਪੀਰੀਅਡਸ ਦੀ ਜਿਹੜੀ ਇੱਕ ਇਸ਼ੂ ਹੈ ਹੈਲਥ ਇਸ਼ੂ ਉਹ ਅੱਜ ਵੀ ਅੰਡਰ ਦ ਕਵਰ ਗੱਲ ਕੀਤੀ ਜਾਂਦੀ ਹੈ। ਜੀ ਨੋਰਮਲ ਫੈਮਿਲੀਜ਼ ਵਿੱਚ ਐਜੂਕੇਟਿਡ ਜਿਹੜੀ ਅਪਰ ਕਲਾਸ ਹੈ ਉਹਨਾਂ ਨੂੰ ਛੱਡ ਦਿਓ ਬਟ ਮੈਜੋਰਿਟੀ ਜਿਹੜੀ ਆਪਣੀ ਇੰਡੀਅਨ ਪੋਪੂਲੇਸ਼ਨ ਹੈ ਉੱਥੇ ਪੀਰੀਅਡਸ ਦਾ ਵਿਸ਼ਾ ਜਿਹੜਾ ਹੈ ਉਹ ਓਪਨਲੀ ਡਿਸਕਸ ਨਹੀਂ ਕੀਤਾ ਜਾਂਦਾ। ਬਿਲਕੁਲ ਮੋਸਟਲੀ ਡਾਟਰਸ ਜਦੋਂ ਫਸਟ ਟਾਈਮ ਪੀਰੀਅਡ ਆਉਂਦਾ ਹੈ ਮਦਰਸ ਹੀ ਰੈਡੀ ਨਹੀਂ ਹੈ ਕਿ ਆਪਣੀ ਡਾਟਰਸ ਨਾਲ ਇਸ ਬਾਰੇ ਗੱਲ ਕਰ ਸਕਣ। ਜੀ ਬੀਇੰਗ ਅ ਗਾਇਨੋਕੋਲੋਜਿਸਟ ਬਹੁਤ ਵਾਰੀ ਮੈਂ ਦੇਖਿਆ ਓਪੀਡੀ ਵਿੱਚ ਮਦਰਸ ਬੇਟੀਆਂ ਨੂੰ ਲੈ ਕੇ ਆਉਂਦੀਆਂ ਕਿ ਮੈਮ ਤੁਸੀਂ ਇਹਨਾਂ ਨਾਲ ਗੱਲ ਕਰੋ ਔਰ ਇਹਨਾਂ ਨੂੰ ਸਮਝਾਓ ਪੀਰੀਅਡਸ ਬਾਰੇ, ਬਿਕੋਜ਼ ਮਦਰਸ ਆਪ ਹੀ ਇੰਨਾ ਕੌਨਫੀਡੈਂਟ ਨਹੀਂ ਫੀਲ ਕਰਦੀਆਂ ਕਿ ਉਹ ਇਸ ਟੌਪਿਕ ਤੇ ਗੱਲ ਕਰਨ, ਹੈ ਨਾ। ਸੋ ਆਈ ਥਿੰਕ ਤੁਸੀਂ ਬਹੁਤ ਅੱਛਾ ਟੌਪਿਕ ਚੂਜ਼ ਕੀਤਾ ਹੈ ਜਿੱਥੇ ਅਸੀਂ ਸਮਾਜ ਵਿੱਚ ਮੈਨ, ਵਿਮਨ, ਮਦਰਸ, ਫਾਦਰਸ, ਬ੍ਰਦਰ, ਸਿਸਟਰਸ हर किसी ਨੂੰ ਅਵੇਅਰ ਕਰਨਾ ਚਾਹੁੰਦੇ ਹਾਂ ਕਿ ਪੀਰੀਅਡਸ ਆਣਾ ਇੱਕ ਬਹੁਤ ਹੀ ਹੈਲਦੀ ਮਾਈਲਸਟੋਨ ਹੈ। ਜੀ ਇਟ ਇਜ਼ ਵੈਰੀ ਇੰਪੋਰਟੈਂਟ ਫॉर ਅ ਗਰਲਸ ਹੈਲਥ। ਜਿਵੇਂ ਬਾਕੀ ਡਿਵੈਲਪਮੈਂਟ ਹੋ ਰਹੀ ਹੈ ਇੱਕ ਐਡੋਲੈਸੈਂਸ ਜਿਹੜਾ ਇੱਕ ਟ੍ਰਾਂਜੀਸ਼ਨ ਪੀਰੀਅਡ ਹੈ। ਜੀ ਜਦੋਂ ਇੱਕ ਬੱਚਾ ਅਰਾਊਂਡ 10 ਸਾਲ ਤੱਕ ਜਿਹਨੂੰ ਅਸੀਂ ਬੱਚਾ ਕਹਿੰਦੇ ਆ 10 ਤੋਂ ਲੈ ਕੇ 18-19 ਸਾਲ ਤੱਕ ਇੱਕ ਟ੍ਰਾਂਜੀਸ਼ਨ ਫੇਜ਼ ਦੇ ਥਰੂ ਗੋ ਕਰਦਾ ਹੈ ਤਾਂ ਕਿ ਉਹ ਅੱਗੇ ਜਾ ਕੇ ਐਡਲਟ ਬਣ ਸਕੇ। ਔਰ ਹੈਲਦੀ ਐਡਲਟ ਬਣਨ ਵਾਸਤੇ ਕਿਸੇ ਵੀ ਬਿਟੀਆ ਵਾਸਤੇ ਜਾਂ ਕਿਸੇ ਵੀ ਡਾਟਰ ਵਾਸਤੇ ਪੀਰੀਅਡਸ ਆਣਾ ਇੱਕ ਬਹੁਤ ਹੀ ਹੈਲਦੀ ਮਾਈਲਸਟੋਨ ਹੈ। ਸੋ ਉਹਦੇ ਨਾਲ ਕੋਈ ਵੀ ਡਿਜ਼ੀਜ਼ ਐਸੋਸੀਏਟ ਕਰਨਾ ਜਾਂ ਇਹਨੂੰ ਇੱਕ ਪ੍ਰੋਬਲਮ ਦੀ ਤਰ੍ਹਾਂ ਪ੍ਰੈਜ਼ੈਂਟ ਕਰਨਾ ਉਹ ਰਾਈਟ ਆਊਟਲੁੱਕ ਨਹੀਂ ਹੈ। ਸੋ ਆਈ ਥਿੰਕ ਇਹ ਸਾਡੀ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਮਦਰਸ ਨੂੰ ਅਵੇਅਰ ਕਰੀਏ ਤਾਂ ਕਿ ਉਹ ਕੌਨਫੀਡੈਂਟਲੀ ਗੱਲ ਕਰ ਸਕਣ, ਉਹ ਇਹ ਕੌਨਫੀਡੈਂਸ ਆਪਣੇ ਬੱਚਿਆਂ ਨੂੰ ਦੇਣ ਤਾਂ ਕਿ ਉਹ ਵੀ ਇਸ ਚੀਜ਼ ਬਾਰੇ ओपनली डिस्कस कर सकते। अगर हम ही एज मदर उनको शाय तरह से डील करेंगे हेजिटेट करेंगे तो वो कभी भी कॉन्फिडेंट नहीं होंगे कि वो पब्लिक में इस टॉपिक पे बात कर सकें। जी अच्छा, ਬੱਚੀਆਂ ਦੇ ਨਾਲ, ਕੁੜੀਆਂ ਦੇ ਨਾਲ ਫਸਟ ਪੀਰੀਅਡ ਬਾਰੇ ਗੱਲ ਹੋਣੀ ਜ਼ਰੂਰੀ ਹੈ ਕਿਉਂ? ਇਸ ਕਰਕੇ ਜ਼ਰੂਰੀ ਹੈ ਬਿਕਾਜ਼ ਦੇਖੋ ਵੈਸੇ ਤਾਂ ਅੱਜ ਕੱਲ੍ਹ ਸਕੂਲ ਹੈਲਥ ਪ੍ਰੋਗਰਾਮਸ ਵਿੱਚ ਵੀ
ਅਰਾਊਂਡ 6th 7th ਕਲਾਸ ਦੀਆਂ ਕਾਫੀ ਲੜਕੀਆਂ ਨੂੰ ਇਸ ਬਾਰੇ ਜਾਗਰੂਕ ਕੀਤਾ ਜਾਂਦਾ ਹੈ। ਜੀ। ਐਡੋਲੈਸੈਂਟ ਹੈਲਥ ਦਾ ਈਵਨ ਗਵਰਨਮੈਂਟ ਦਾ ਵੀ ਇਨੀਸ਼ੀਏਟਿਵ ਹੈ ਕਿ ਉਹ ਸਕੂਲਸ ਵਿੱਚ ਜਗ੍ਹਾ ਜਗ੍ਹਾ ਐਡੋਲੈਸੈਂਟ ਰਿਪਰੋਡਕਟਿਵ ਹੈਲਥ ਪ੍ਰੋਗਰਾਮਸ ਚਲਾ ਰਹੇ ਹਨ। ਜੀ ਪਰ ਫਿਰ ਵੀ ਇਹ ਗਵਰਨਮੈਂਟ ਦੇ ਪ੍ਰੋਗਰਾਮ ਦੀ ਪੈਨੀਟ੍ਰੇਸ਼ਨ ਹਰ ਸਕੂਲ ਲੈਵਲ ਤੇ ਤਾਂ ਨਹੀਂ ਹੈ। ਜੀ ਬੱਚਿਆਂ ਨੂੰ ਜਾਗਰੂਕ ਕਰਨਾ ਇਸ ਕਰਕੇ ਜ਼ਰੂਰੀ ਹੈ ਕਿ ਜਦੋਂ ਮੈਂਸਸ ਆਉਂਦੇ ਹੈ देयर इज़ menstrual bleeding ਜਿਹੜੀ ਬੱਚਿਆਂ ਨੂੰ ਫੇਸ ਕਰਨੀ ਪੈਂਦੀ ਹੈ ਔਰ ਅਗਰ ਉਹ ਇਸ ਚੀਜ਼ ਵਾਸਤੇ ਪਹਿਲਾਂ ਤੋਂ ਪ੍ਰਿਪੇਅਰਡ ਹੈ ਤੇ ਉਹ ਨਰਵਸ ਨਹੀਂ ਹੋਣਗੇ, ਉਹ ਡਰਨਗੇ ਨਹੀਂ, ਉਹਨਾਂ ਨੂੰ ਇਹ ਨਹੀਂ ਲੱਗੇਗਾ ਕਿ ਉਹ ਇਹ ਮੇਰੇ ਨਾਲ ਕੀ ਹੋ ਗਿਆ ਹੈ ਨਾ। ਸੋ ਕਿਸੇ ਵੀ ਸਿਚੁਏਸ਼ਨ ਵਾਸਤੇ ਅਸੀਂ ਕਹਿੰਦੇ ਹਾਂ ਜਿਵੇਂ ਲਾਈਫ ਸਕਿੱਲਸ ਹੈ, ਸੋ ਇਸੇ ਤਰ੍ਹਾਂ ਆਪਣੀ ਹੈਲਥ ਬਾਰੇ, ਆਪਣੀ ਡਿਵੈਲਪਮੈਂਟ ਬਾਰੇ, ਆਪਣੀ ਗਰੋਥ ਬਾਰੇ ਜੇ ਪੇਰੈਂਟਸ ਬੱਚਿਆਂ ਨੂੰ ਰਾਈਟ ਨੌਲੇਜ ਦੇਣਗੇ ਤਾਂ ਉਹ ਬੱਚੇ ਕਦੀ ਵੀ ਰੋਂਗ ਸੋਰਸਸ ਤੋਂ ਇਨਫੋਰਮੇਸ਼ਨ ਨਹੀਂ ਲੈਣਗੇ। ਕਿਉਂਕਿ ਦੇਖੋ ਬੱਚੇ ਅੱਜਕੱਲ ਬਹੁਤ ਕਿਊਰੀਅਸ ਹੈ, ਉਹਨਾਂ ਕੋਲ ਹਰ ਚੀਜ਼ ਫੋਨ ਦੇ ਇੱਕ ਕਲਿੱਕ ਤੇ ਅਵੇਲੇਬਲ ਹੈ। ਜੇ ਐਜ਼ ਅ ਮਦਰ ਮੈਂ ਨਹੀਂ ਡਿਸਕਸ ਕਰਾਂਗੀ ਤੇ ਮੇਰਾ ਬੱਚਾ ਕਿਤੇ ਨਾ ਕਿਤੋਂ ਤਾਂ ਉਹ ਇਨਫੋਰਮੇਸ਼ਨ ਲਏਗਾ ਔਰ ਉਹ ਕਈ ਵਾਰੀ ਰੋਂਗ ਸੋਰਸਸ ਤੋਂ ਲਏਗਾ। ਤਾਂ ਇਸ ਤੋਂ ਬੈਟਰ ਹੈ ਕਿ ਪੇਰੈਂਟਸ ਆਰ ਦ ਬੈਸਟ ਪੀਪਲ ਟੂ ਗਾਈਡ देयर चिल्ड्रन। ਸੋ ਐਜ਼ ਪੇਰੈਂਟਸ ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਬੱਚਿਆਂ ਨਾਲ ਇਸ ਬਾਰੇ ਡਿਸਕਸ ਕਰੀਏ। ਜੀ ਤੁਸੀਂ ਜ਼ਿਕਰ ਕੀਤਾ ਕਿ ਮਦਰਸ ਹੀ ਜਨਰਲੀ ਓਪਨ ਅਪ ਨਹੀਂ ਹੋ ਪਾਉਂਦੀਆਂ, ਗੱਲ ਨਹੀਂ ਕਰ ਪਾਉਂਦੀਆਂ। ਮੈਨੂੰ ਲੱਗਦਾ ਕਿ ਕਈ ਵਾਰੀ ਮਾਵਾਂ ਸਹੀ ਸਮਾਂ ਹੀ ਉਡੀਕਦੀਆਂ ਰਹਿ ਜਾਂਦੀਆਂ ਔਰ ਸਹੀ ਸਮਾਂ ਲੰਘ ਜਾਂਦਾ ਹੈ। ਇਹ ਸਹੀ ਸਮਾਂ ਕਿਹੜਾ ਹੁੰਦਾ ਹੈ ਗੱਲ ਕਰਨ ਲਈ? ਦੇਖੋ ਪੀਰੀਅਡਸ ਜਿਹੜੇ ਹੈ ਆਮ ਤੌਰ ਤੇ ਮੈਜੋਰਿਟੀ ਗਰਲਸ ਵਿੱਚ ਅੱਜਕੱਲ 11 ਤੋਂ ਲੈ ਕੇ 13-14 ਸਾਲ ਤੱਕ ਮੋਸਟਲੀ ਗਰਲਸ ਦੇ ਪੀਰੀਅਡ ਸ਼ੁਰੂ ਹੋ ਜਾਂਦੇ ਜੀ ਬਿਕੋਜ਼ ਆਫ ਦ ਚੇਂਜ ਇਨ ਦ ਸੋਸਾਇਟੀ এনवायरमेंट ਲਾਈਫਸਟਾਈਲ। ਇਹ ਜਿਹੜੀ ਡੇਟ ਆਫ ਸਟਾਰਟਿੰਗ ਆਫ ਪੀਰੀਅਡ ਹੈ ਜਿਹਨੂੰ ਅਸੀਂ ਮਿਨਾਰਕੀ ਕਹਿੰਦੇ ਆ। ਮਿਨਾਰਕੀ ਇਜ਼ ਕਿ ਜਦੋਂ ਫਸਟ ਟਾਈਮ ਪੀਰੀਅਡ ਆਏਗਾ ਉਹ ਹੁਣ ਪ੍ਰੀਪੋਨ ਹੋ ਗਈ ਹੈ। ਜੀ ਜਿਵੇਂ ਪੁਰਾਣੇ ਜ਼ਮਾਨੇ 'ਚ ਜਾਓ ਆਪਣੇ ਮਦਰਸ ਗ੍ਰੈਂਡ ਮਦਰਸ ਉਦੋਂ 15 16 17 ਸਾਲ ਤੱਕ ਵੀ ਕੁੜੀਆਂ ਨੂੰ ਪੀਰੀਅਡ ਸਟਾਰਟ ਹੁੰਦੇ ਸੀ। ਬਟ ਹੁਣ ਸਾਡੇ ਕੋਲ 5th ਕਲਾਸ ਦੇ ਬੱਚੇ ਆਉਂਦੇ ਆ, 4th ਕਲਾਸ ਦੇ ਬੱਚੇ ਆਉਂਦੇ ਆ, 10-11 ਸਾਲ ਦੇ ਬੱਚੇ ਆਉਂਦੇ ਜਿਨ੍ਹਾਂ ਦੇ ਪੀਰੀਅਡ ਸਟਾਰਟ ਹੋ ਜਾਂਦੇ ਆ। ਸੋ ਮੈਨੂੰ ਇਹ ਲੱਗਦਾ ਹੈ ਕਿ ਐਜ਼ ਮਦਰਸ ਸਾਰਿਆਂ ਨੂੰ ਅਰਾਊਂਡ 11 ਇਅਰਸ ਦੀ ਏਜ ਤੋਂ ਬਾਅਦ ਆਪਣੀ ਡਾਟਰਸ ਨੂੰ ਇਸ ਚੀਜ਼ ਵਾਸਤੇ ਪ੍ਰਿਪੇਅਰ ਕਰਨਾ ਚਾਹੀਦਾ ਹੈ। ਇਹ ਜਿਹੜੀ ਟਾਕ ਆ ਮੈਮ, ਇਹਦੀ ਜੇ ਆਪਾਂ ਸਟੈਪ ਵਾਈਜ਼ ਚਲੀਏ, ਕਿਸ ਤਰ੍ਹਾਂ ਦੀ ਟਾਕ ਮਦਰ ਤੇ ਡਾਟਰ ਦੇ ਵਿੱਚ ਹੋਣੀ ਚਾਹੀਦੀ ਹੈ ਸੋ ਦੈਟ ਇਹ ਔਕਵਰਡ ਵੀ ਨਾ ਹੋਵੇ, ਇੱਕ ਹੈਲਦੀ ਕਨਵਰਸੇਸ਼ਨ ਹੋਵੇ ਔਰ ਸਭ ਤੋਂ ਵੱਡੀ ਗੱਲ ਪੀਰੀਅਡਸ ਨੂੰ ਨਾਰਮਲਾਈਜ਼ ਕਰ ਸਕੇ? ਦੇਖੋ ਮੈਂ ਇਹ ਕਹਿੰਦੀ ਆ ਕਿ ਐਜ਼ ਅ ਮਦਰ ਹੈ ਨਾ, ਹਰ ਮਹਿਲਾ ਨੂੰ ਇੰਨਾ ਕੌਨਫੀਡੈਂਸ ਹੋਣਾ ਚਾਹੀਦਾ ਹੈ ਕਿ ਉਹ ਆਪਣੀ ਡਾਟਰ ਨਾਲ ਗੱਲ ਕਰੇ। ਜਦੋਂ ਡਾਟਰ ਦਾ ਲੈਟਸ ਸੇ 11th ਬਰਥਡੇ ਹੋ ਗਿਆ, ਹਾਂਜੀ, ਅਗਰ 11 ਇਅਰਸ ਤੱਕ ਪੀਰੀਅਡ ਨਹੀਂ ਸਟਾਰਟ ਹੋਏ ਤਾਂ 11th ਬਰਥਡੇ ਤੋਂ ਬਾਅਦ ਆਰਾਮ ਨਾਲ ਗੱਲ ਕੀਤੀ ਜਾ ਸਕਦੀ ਹੈ ਡਾਟਰ ਨਾਲ, ਇਹ ਕਹਿੰਦੇ ਹੋਏ ਕਿ ਇਟ ਇਜ਼ ਅ ਪਾਰਟ ਆਫ ਗਰੋਇੰਗ ਅਪ। ਜਿਵੇਂ ਮੈਂ ਡਿਸਕਸ ਕਰੀ ਸੀ ਕਿ ਐਡੋਲੈਸੈਂਸ ਇੱਕ ਫੇਜ਼ ਹੈ ਲਾਈਫ ਦਾ, ਜਿਵੇਂ ਅਸੀਂ ਚਿਲਡਰਨ ਆ ਉਸ ਤੋਂ ਬਾਅਦ ਅਸੀਂ ਅਡਲਟ ਹੋਵਾਂਗੇ। ਫਰੋਮ ਚਾਈਲਡਹੁੱਡ ਟੂ ਅਡਲਟਹੁੱਡ ਇੱਕ ਟ੍ਰਾਂਜੀਸ਼ਨ ਫੇਜ਼ ਹੈ ਜਿਹੜੀ ਐਡੋਲੈਸੈਂਸ ਹੈ। ਹੁਣ ਉਸ ਐਡੋਲੈਸੈਂਸ ਵਿੱਚ ਡਿਫਰੈਂਟ ਫੇਜ਼ਸ ਹੈ ਜਿਹੜੀ ਬੱਚੇ ਆਪਣੇ 'ਚ ਓਬਜ਼ਰਵ ਕਰਨਗੇ। ਸੋ ਮਦਰ ਕੈਨ ਗਾਈਡ देयर ਚਿਲਡਰਨ ਕਿ ਦੇਖੋ ਤੁਹਾਡੀ ਹਾਈਟ ਇਨਕਰੀਜ਼ ਹੋ ਰਹੀ ਹੈ ਜਿਹਨੂੰ ਅਸੀਂ ਗਰੋਥ ਸਪਰਟ ਕਹਿੰਦੇ ਆ। ਹੁਣ ਜੇ ਹਾਈਟ ਨਾ ਵਧੇ ਉਹ ਪ੍ਰੋਬਲਮ ਹੈ। ਸੋ ਇਸ ਕਰਕੇ ਜੇ ਤੁਸੀਂ ਹਾਈਟ ਵਿੱਚ ਗਰੋ ਕਰ ਰਹੇ ਹੋ ਇਟ ਇਜ਼ ਵੈਰੀ हैप्पी वेलकमिंग कि ਤੁਹਾਡੀ ਹਾਈਟ ਇਨਕਰੀਜ਼ ਹੋ ਰਹੀ ਹੈ। ਸੇਮ ਵੇ ਯੂ ਆਰ ਗੋਇੰਗ ਟੂ ਇਨਕਰੀਜ਼ ਇਨ ਯੋਰ weight, ਜਦੋਂ ਹਾਈਟ ਵਧੇਗੀ weight ਵੀ ਵਧੇਗਾ। ਇਸੇ ਤਰ੍ਹਾਂ ਜਿਹੜੀ ਵੀ ਗਰਲ ਚਾਈਲਡ ਹੈ ਉਹਨੇ ਕੱਲ ਨੂੰ ਮਦਰ ਵੀ ਬਣਨਾ ਹੈ। ਇਸ ਕਰਕੇ ਕੁਦਰਤ ਵੱਲੋਂ ਕੁਝ ਚੇਂਜਸ ਹੈ ਜਿਹੜੀਆਂ ਸੋ ਐਨੀ ਮਦਰ, ਜਿਹੜਾ ਤੁਹਾਡਾ ਸਵਾਲ ਸੀਗਾ ਕਿ ਕਦੋਂ ਡਿਸਕਸ ਕਰੇ, ਅਗਰ ਇੱਕ ਮਦਰ ਆਬਜ਼ਰਵ ਕਰੀਏ, ਕਈ ਵਾਰ ਮਦਰਸ ਬਾਥ ਦਿੰਦੀਆਂ ਆਪਣੀ ਡਾਟਰਸ ਨੂੰ ਔਰ ਦ ਡਾਟਰ ਕਮਸ ਐਂਡ ਟੈਲਸ ਹਰ ਮਦਰ ਕਿ ਮੇਰੇ ਪਿਊਬਿਕ ਹੇਅਰ ਆ ਰਹੇ ਹੈ ਜਾਂ ਮੇਰੇ ਐਕਸਿਲਰੀ ਹੇਅਰ ਆ ਰਹੇ ਹੈ, ਦੈਟ ਇਜ਼ ਦ ਟਾਈਮ ਕਿ ਅਸੀਂ ਉਹਨਾਂ ਨਾਲ ਪੀਰੀਅਡਸ ਦੀ ਗੱਲਬਾਤ ਕਰਨੀ ਸ਼ੁਰੂ ਕਰੀਏ। ਅਗਰ ਤੁਸੀਂ ਨੋਟਿਸ ਕਰਿਓ ਕਿ ਬੱਚੇ ਦੀ ਬ੍ਰੈਸਟ ਬਡਸ ਡਿਵੈਲਪ ਹੋ ਰਹੀ ਹੈ, ਬ੍ਰੈਸਟ ਡਿਵੈਲਪਮੈਂਟ ਹੋ ਰਹੀ ਹੈ, ਉਦੋਂ ਤੁਸੀਂ ਉਹਨੂੰ ਆਪਣੇ ਪੀਰੀਅਡਸ ਬਾਰੇ ਵੀ ਜਾਗਰੂਕ ਕਰੋ ਕਿ ਦਿਸ ਇਜ਼ ਦ ਨੈਕਸਟ ਥਿੰਗ ਵਿਚ ਕੈਨ ਹੈਪਨ ਇਨ ਯੋਰ ਬੋਡੀ। ਤੁਸੀਂ ਐਕਸਪੈਕਟ ਕਰ ਸਕਦੇ ਹੋ ਕਿ ਪੀਰੀਅਡਸ ਵੀ ਆਣਗੇ ਔਰ ਉਸ ਪੀਰੀਅਡਸ ਨੂੰ ਇਸ ਤਰ੍ਹਾਂ ਟੈਕਲ ਕਰਨਾ ਹੈ। ਜੀ, ਤੁਸੀਂ ਗੱਲ ਕੀਤੀ ਅੱਜ ਕੱਲ ਸਾਡਾ ਲਾਈਫ ਸਟਾਈਲ ਇਸ ਤਰ੍ਹਾਂ ਦਾ ਹੋ ਗਿਆ ਕਿ ਹਾਰਮੋਨ ਇੰਬੈਲੈਂਸ ਹੋ ਰਿਹਾ। ਜਿਹੜੀ ਤੁਸੀਂ ਜ਼ਿਕਰ ਕਰਦੇ ਹੋ ਕਿ ਬੱਚੇ 4th ਕਲਾਸ ਦੇ ਵਿੱਚ 5th ਕਲਾਸ ਦੇ ਵਿੱਚ ਨੇ, ਉਹਨਾਂ ਨੂੰ ਵੀ ਪੀਰੀਅਡਸ ਆ ਰਹੇ ਨੇ, ਕੀ ਇੱਥੇ ਹਾਰਮੋਨ ਨੂੰ ਰਿਸਪੌਂਸਿਬਲ ਕਿਹਾ ਜਾ ਸਕਦਾ ਹੈ? ਯੈਸ ਆਫ ਕੋਰਸ, ਹਾਰਮੋਨਸ ਦੀ ਹੀ ਕਰਕੇ ਹੈ। ਦੇਖੋ ਜਦੋਂ ਵੀ ਸਾਡੀ ਫੀਮੇਲ ਬੋਡੀ ਵਿੱਚ menstrual cycle ਸ਼ੁਰੂ ਹੁੰਦਾ ਹੈ, there is a different hormonal process which is going to start. So ਉਹ hormones ਜਾ ਕੇ 12 ਸਾਲ ਤੇ ਐਕਟੀਵੇਟ ਹੋ ਰਹੇ ਹੈ ਜਾਂ 10 ਤੇ ਹੋ ਰਹੇ ਹੈ ਜਾਂ 9 ਤੇ ਹੋ ਰਹੇ ਹੈ, it is all because of the hormones. ਅਗਰ hormones
प्रीपोन हो गया ये सारा सिस्टम इनिशिएट होना, तो इट इज़ कॉल्ड प्रीकॉशियस। प्रीकॉशियस का मतलब है कि 11 साल ते नॉर्मल बच्चों के सब दे पीरियड स्टार्ट होंगे, बट अगर किसी बच्चे के 8 साल से स्टार्ट हो रहे हैं, 7 साल से स्टार्ट हो रहे हैं, दैन दैट इज़ प्रीकॉशियस प्यूबर्टी, कि प्यूबर्टी अपने टाइम तो 2-3 साल पहला ही शुरू हो गई है जी। ਫਿਰ ਉਹਦਾ ਕੋਈ ਸਾਡੇ ਖਾਣ ਪੀਣ ਦਾ ਕੀ ਉਹਦੇ 'ਚ ਰੋਲ ਆ? ਮੰਨ ਲਓ ਕਿ ਸਾਡੀਆਂ ਜਿਹੜੀਆਂ ਬੇਟੀਆਂ ਨੇ 8-9 ਇਅਰਸ ਤੱਕ ਉਹਨਾਂ ਨੂੰ ਪੀਰੀਅਡਸ ਨਹੀਂ ਆਏ ਔਰ ਅਸੀਂ ਚਾਹੁੰਦੇ ਹਾਂ ਕਿ 12-13 ਸਾਲ ਤੱਕ ਨਾ ਆਉਣ, ਕੋਈ ਇਹੋ ਜਿਹਾ ਪ੍ਰੀਕਾਸ਼ਨ ਹੈ ਜਿਹੜਾ ਸਾਨੂੰ ਲੈਣਾ ਚਾਹੀਦਾ ਉਹਨਾਂ ਦੀ ਡਾਈਟ ਦੇ ਵਿੱਚ, ਉਹਨਾਂ ਨੂੰ ਮੈਡੀਕਲੀ ਕੋਈ ਕਿਉਰ ਦੇ ਦੇਖੋ ਸਕਦੇ ਹਾਂ? ਇੱਕ ਜਿਹੜਾ ਇੰਪੋਰਟੈਂਟ ਫੈਕਟਰ ਹੈ ਦੈਟ ਇਜ਼ ਓਬੇਸਿਟੀ। ਜੀ, ਅਸੀਂ ਦੇਖਿਆ ਕਿ ਅੱਜ ਕੱਲ ਆਪਣੇ ਬੱਚਿਆਂ ਵਿੱਚ ਓਬੇਸਿਟੀ ਮੀਨਸ ਓਵਰਵੇਟ ਇੱਕ ਐਪੀਡੈਮਿਕ ਦੀ ਤਰ੍ਹਾਂ ਹੈ। ਜੀ, ਜਾਂ ਤਾਂ ਬੱਚੇ ਅੰਡਰ ਨਿਊਟ੍ਰੀਸ਼ਨ ਹੈ ਜਾਂ ਬੱਚੇ ਓਵਰ ਨਿਊਟ੍ਰੀਸ਼ਨ ਹੈ, ਬਿਕੋਜ਼ ਆਫ ਦ ਕੰਜ਼ੰਪਸ਼ਨ ਆਫ ਜੰਕ ਫੂਡ, ਚੌਕਲੇਟਸ, ਬੇਕਰੀ, ਹੈ ਨਾ, ਜਿਹੜੇ ਵੀ ਆਪਣੇ ਪ੍ਰੋਸੈਸਡ ਫੂਡਸ ਹੈ, ਪਿਜ਼ਾਜ਼ ਹੈ, 버ਗਰਸ ਹੈ, ਇਹਨਾਂ ਦੇ ਓਵਰ ਕੰਜ਼ੰਪਸ਼ਨ ਕੇ ਕਰਕੇ ਬੱਚੇ ਜਿਹੜੇ ਆ ਓਵਰਵੇਟ ਹੋ ਜਾਂਦੇ ਔਰ ਬੱਚਿਆਂ ਦੀ ਫਿਜ਼ੀਕਲ ਐਕਟੀਵਿਟੀ ਬਹੁਤ ਘੱਟ ਹੈ। ਨਾਓ ਵੈਨਐਵਰ weight is more, जिन्ना चाहिए उस तो ज़्यादा बॉडी मास इंडेक्स है, then there are chances कि जेड़ा periods हैं वो प्रीपोन होंगे। सो weight का बैलेंस विच रखना बहुत ज़रूरी है। सो सारे पेरेंट्स ਨੂੰ अवेयर होना चाहिए कि अपने बच्चों ਨੂੰ हेल्दी डाइट देन, एक हेल्दी लाइफस्टाइल देन जिहदे विच बच्चों की फिजिकल एक्टिविटी बहुत ज़रूरी है, एक्सरसाइज बहुत ज़रूरी है, ताकि बच्चे ओवरवेट ना होन। कदी तो असी बचपने च कि बच्चा बड़ा चबी है, बच्चा बड़ा हेल्दी है, असी पैम्पर करते रहने, बट दैट इज़ नॉट द राइट थिंग टू डू। खुश होने आ भी साडा बेबी बहुत बहुत चबी है। सो हेल्दी मतलब मोटापा जिहड़ा है वो हेल्थ की निशानी नहीं है। आइडियल वेट होना चाहिए हाइट के हिसाब नाल, दैट इज़ बीइंग हेल्दी। मोटा होना हेल्दी होना नहीं। जी जी जी। ਜਿਹੜੀ 8-9 ਸਾਲ ਦੀ ਏਜ ਹੈਗੀ ਉਹਦੇ ਵਿੱਚ ਐਵਰੇਜ weight ਕਿੰਨਾ ਹੋਣਾ ਚਾਹੀਦਾ ਇੱਕ ਡਾਟਰ ਦਾ? ਦੇਖੋ ਅਪ ਟੂ 40 kgs, not more than that। ਜੀ, 40 ਸਾਲ ਦਾ। ਜਦੋਂ ਅਸੀਂ ਸਾਡੇ ਘਰ ਦੀਆਂ ਬੱਚੇ ਛੋਟੇ ਨੇ, ਘਰੋਂ ਬਾਹਰ ਜਾਂਦੇ ਨੇ ਜਾਂ ਉਹਨਾਂ ਦੀ ਵੀਨਿੰਗ ਵੀ ਸਟਾਰਟ ਕਰਦੇ ਆ, ਤਾਂ ਫਿਰ ਸਭ ਤੋਂ ਪਹਿਲੀ ਚੀਜ਼ ਜਿਹੜੀ ਅਸੀਂ ਉਹਨਾਂ ਨੂੰ ਇੰਟਰੋਡਿਊਸ ਕਰਦੇ ਆ ਉਹ ਹੈਗੇ ਆ ਫਰਾਈਜ਼ ਤੇ ਕਾਫੀ। ਇਹਨਾਂ ਦੋਨਾਂ ਦਾ ਕੀ ਰੋਲ ਤੁਸੀਂ ਦੇਖਦੇ ਹੋ? ਕਾਫੀ ਕਿੰਨੀ ਕੁ ਜ਼ਿਆਦਾ ਸਾਡੇ ਹਾਰਮੋਨ ਨੂੰ ਬੈਲੈਂਸ ਜਾਂ ਇੰਬੈਲੈਂਸ ਕਰਨ 'ਚ? ਦੇਖੋ ਕੈਫੀਨ ਆਪਣੇ ਆਪ ਵਿੱਚ ਬੱਚਿਆਂ ਲਈ ਤਾਂ ਬਿਲਕੁਲ ਹੀ ਠੀਕ ਨਹੀਂ, ਬਿਕਾਜ਼ ਕੈਫੀਨ ਬਲੱਡ ਪ੍ਰੈਸ਼ਰ ਵਧਾਉਂਦੀ ਹੈ। ਕੈਫੀਨ अगर ओवरडोज से दी जाए इट इज़ एडिक्टिव। जो बच्चे ਨੂੰ ਅਸੀਂ ਲਾਈਟ ਕਾਫੀ ਤੋਂ ਸ਼ੁਰੂ ਕਰਦੇ ਹਾਂ, ਉਸ ਤੋਂ ਬਾਅਦ ਬੱਚਾ ਸਟਰੋਂਗ ਕਾਫੀ ਡਿਜ਼ਾਇਰ ਕਰਦਾ, ਉਸ ਤੋਂ ਸਟਰੋਂਗ ਕਰਦਾ ਹੈ। ਐਂਡ ਇਟ ਹੈਜ਼ ਬੀਨ ਸੀਨ ਕਿ ਸੋ ਮਚ ਸੋ ਕਿ ਜਿਹੜੇ ਈਵਨ ਐਡਲਟਸ ਬਹੁਤ ਜ਼ਿਆਦਾ ਕੈਫੀਨ ਯੂਜ਼ ਕਰਦੇ ਆ, ਉਹਦੇ ਵਿੱਚ ਇਨਫਰਟੀਲਿਟੀ ਦਾ ਕਾਰਨ ਬਣਦੀ ਹੈ। ਸੋ ਇਸ ਕਰਕੇ ਜਿਵੇਂ ਤੁਸੀਂ ਕਿਹਾ ਫ੍ਰੈਂਚ ਫਰਾਈਜ਼ ਹੈ ਨਾ, ਦੇ ਆਰ ਫਰਾਈਡ, ਸੋ ਉਹ ਆਇਲ ਜਿਹੜਾ ਕਮਰਸ਼ੀਅਲੀ ਯੂਜ਼ ਹੁੰਦਾ ਹੈ ਉਹ ਵੀ ਇੰਨਾ ਹੈਲਦੀ ਨਹੀਂ ਹੈ। ਸੋ ਹੋਮਮੇਡ ਫੂਡ ਦਾ ਕੋਈ ਸਬਸਟੀਟਿਊਟ ਨਹੀਂ ਹੈ। छोटे बच्चों को कॉफ़ी इंट्रोड्यूस करना इज़ अ बैड आइडिया। एक तो दंद खराब होंगे हैं, उन्होंने एडिक्टिव सबसटेंस है, उसका कोई एडवांटेज नहीं है। किहड़ियां चीज़ों का ध्यान रखिए खाण पीण दे विच स्पेशली? देखो मेन तो यही है कि जिन्ना आपां फ्रैश फ्रूट्स, वैजिटेबल्स या होममेड फूड है ਉਹਦਾ ਕੋਈ ਮੁਕਾਬਲਾ ਨਹੀਂ ਹੈ। ਜਿੰਨਾ ਅਸੀਂ ਪੈਕੇਟਸ 'ਚ ਜਿਹੜੀ ਵੀ ਚੀਜ਼ ਪੈਕੇਟ 'ਚ ਬੰਦ ਹੋ ਗਈ ਉਹਦੇ 'ਚ ਕੈਮੀਕਲ ਹੈਗੇ ਆ, ਉਹਦੇ 'ਚ ਐਡੀਟਿਵਸ ਹੈਗੇ ਆ, ਪ੍ਰੈਜ਼ਰਵੇਟਿਵਸ ਹੈਗੇ ਆ। ਸੋ ਸਾਨੂੰ ਸਟ੍ਰਿਕਟਲੀ ਜਿਹੜੇ ਚਿਪਸ ਹੋ ਗਏ, ਕੁਰਕੁਰੇ ਹੋ ਗਏ, ਨਾਚੋਸ ਹੋ ਗਏ, ਇਹ ਜਿਹੜੀ ਪ੍ਰੋਸੈਸਡ ਫੂਡਸ ਹੈ ਸਾਰੇ ਜਿਨ੍ਹਾਂ ਵਿੱਚ ਇੰਨੇ ਕੈਮੀਕਲਸ ਪਏ ਹੋਏ ਆ, ਇਹ ਅਵੋਇਡ ਕਰਨੇ ਚਾਹੀਦੇ ਆ। ਕਿਉਂਕਿ ਅਸੀਂ ਬੱਚਿਆਂ ਨੂੰ ਇੰਟਰੋਡਿਊਸ ਕਰਦੇ ਆ, ਉਹਨਾਂ ਦਾ ਕੋਈ ਕਸੂਰ ਨਹੀਂ, ਟੇਸਟੀ ਆ, ਸਾਨੂੰ ਵੀ ਟੇਸਟੀ ਲੱਗਦੇ ਆ, ਸਾਡੇ ਆਪਣੇ ਘਰ ਦੇ ਵਿੱਚ ਆ ਰਹੇ ਨੇ। ਬਿਲਕੁਲ, ਪਰ ਜਿੰਨਾ ਘੱਟ ਅਸੀਂ ਪ੍ਰੋਵਾਈਡ ਕਰਾਂਗੇ ਸਨੈਕਸ ਦੇ ਤੌਰ ਤੇ, ਉਨਾ ਹੀ ਬੱਚਿਆਂ ਦੀ ਹੈਲਥ ਵਾਸਤੇ ਅੱਛਾ ਜੀ। ਜਦੋਂ ਬੱਚੇ ਨੂੰ ਫਸਟ ਪੀਰੀਅਡਸ ਆ ਜਾਂਦੇ ਨੇ, ਬਹੁਤ ਸਾਰੇ ਸਾਈਕੋਲੋਜੀਕਲ ਚੇਂਜਸ ਆਉਂਦੇ ਨੇ, ਉਹਨਾਂ ਸਾਰੀਆਂ ਚੀਜ਼ਾਂ ਬਾਰੇ ਸਾਈਕੋਲੋਜੀਕਲੀ ਬੱਚੇ ਨੂੰ ਪ੍ਰਿਪੇਅਰ ਕਰਨ ਦੇ ਲਈ ਕੀ ਇਹੋ ਜਿਹੀ ਟਰਮੀਨੋਲੋਜੀ ਹੋਵੇ ਸੋ ਦੈਟ ਉਹਨਾਂ ਦੇ ਜਿਹੜੇ ਮੂਡ ਸਵਿੰਗਸ ਨੇ, ਉਹਨਾਂ ਦੇ ਅੰਦਰ ਜਿਹੜੀ ਉਤਾਰ ਚੜਾਵ ਹੋ ਰਹੇ ਨੇ, ਉਸ ਨੂੰ ਇੱਕ ਪੇਰੈਂਟ ਦੇਖ ਕੇ ਉਸ ਨੂੰ ਰੈਗੂਲੇਟ ਕਰਨ ਦੀ ਕੋਸ਼ਿਸ਼ ਕਰੇ? ਦੇਖੋ ਜਿਵੇਂ ਅਸੀਂ ਐਡੋਲੈਸੈਂਸ ਦੀ ਗੱਲ ਕਰ ਰਹੇ ਸੀ ਨਾ, ਸੋ ਐਡੋਲੈਸੈਂਸ ਵਿੱਚ ਬਹੁਤ ਸਾਰੇ ਚੇਂਜਸ ਆਉਂਦੇ ਆ, ਫਿਜ਼ੀਕਲ ਚੇਂਜਸ, ਸਾਈਕੋਲੋਜੀਕਲ ਚੇਂਜਸ, ਹਾਰਮੋਨਲ ਚੇਂਜਸ। ਹੁਣ ਜਿਹੜੇ ਸਾਈਕੋਲੋਜੀਕਲ ਚੇਂਜਸ ਹੈ ਨਾ, ਉਹ ਇਟ ਇਜ਼ ਅ ਵੈਰੀ ਕੰਪਲੈਕਸ ਥਿੰਗ, ਕਿਉਂਕਿ ਚਾਈਲਡਹੁੱਡ ਵਿੱਚ ਬੱਚੇ ਦੀ ਸਾਈਕੋਲੋਜੀ ਬਿਲਕੁਲ ਅਲੱਗ ਹੈ, ਜਦੋਂ ਉਹਨੇ ਐਡਲਟ ਹੋ ਜਾਣਾ ਬਿਲਕੁਲ ਡਿਫਰੈਂਟ ਹੈ। ਔਰ ਜਦੋਂ ਇਹ ਐਡੋਲੈਸੈਂਸ ਟ੍ਰਾਂਜੀਸ਼ਨ ਫੇਜ਼ 'ਚ ਜਾਂਦਾ ਹੈ, ਉੱਥੇ ਬੱਚਿਆਂ ਦਾ ਰੋਲ ਵੀ ਬੜਾ ਕਨਫਲਿਕਟਿੰਗ ਹੋ ਜਾਂਦਾ ਹੈ। ਕਿਉਂਕਿ ਐਜ਼ ਪੈਰੈਂਟਸ ਕਈ ਵਾਰ ਅਸੀਂ ਕਹਿੰਦੇ ਹਾਂ ਯੂ ਆਰ ਜਸਟ ਅ ਚਾਈਲਡ, ਤੁਸੀਂ ਇੰਜ ਕਿਉਂ ਆਰਗਿਊ ਕਰ ਰਹੇ ਹੋ, ਔਰ ਕਦੀ ਨੈਕਸਟ ਮੋਮੈਂਟ ਅਸੀਂ ਕਹਿੰਦੇ ਹਾਂ ਤੁਸੀਂ ਇੰਨੇ ਵੱਡੇ ਹੋ ਗਏ, ਤੁਹਾਨੂੰ ਆਪਣੀ ਰਿਸਪੌਂਸਿਬਿਲਿਟੀ ਲੈਣੀ ਚਾਹੀਦੀ ਹੈ। ਸੋ ਆਈ ਫੀਲ ਐਜ਼ ਪੈਰੈਂਟਸ ਵੀ ਨੀਡ ਟੂ ਅੰਡਰਸਟੈਂਡ ਕਿ ਇਸ ਸਮੇਂ ਬੱਚਾ ਮੂਡੀ ਵੀ ਹੋਏਗਾ, ਬੱਚੇ ਨੂੰ ਇੱਕ ਗੁੱਡ ਰੋਲ ਮਾਡਲ ਦੇਣਾ ਬਹੁਤ ਜ਼ਰੂਰੀ ਹੈ, ਬੱਚੇ ਨੂੰ ਐਜ਼ ਅ ਫਰੈਂਡ ਟਰੀਟ ਕਰਨਾ ਬਹੁਤ ਜ਼ਰੂਰੀ ਹੈ। ਫਸਟ ਐਂਡ ਫੋਰਮੋਸਟ ਅਸੀਂ ਇਹ ਰਿਅਲਾਈਜ਼ ਕਰੀਏ ਕਿ ਹੁਣ ਬੱਚਾ ਉਹ ਚਾਈਲਡਹੁੱਡ ਤੋਂ ਬਾਹਰ ਆ ਰਿਹਾ, ਉਹਦੀ ਪਰਸਨੈਲਿਟੀ 'ਚ ਬਹੁਤ ਸਾਰੇ ਚੇਂਜਸ ਆ ਰਹੇ ਹੈ।
ਉਹਦੇ ਇਮੋਸ਼ਨਸ ਵਿੱਚ ਬਹੁਤ ਸਾਰੇ ਚੇਂजेस ਆ ਰਹੇ ਹਨ ਬਿਕੋਜ਼ ਆਫ ਦ ਚੇਂਜਿੰਗ ਹਾਰਮੋਨਸ। ਕਦੀ ਬੱਚੇ ਦਾ ਮੂਡ ਬਹੁਤ ਲੋ ਹੋਏਗਾ, ਕਦੀ ਬੱਚੇ ਦੀ ਸੈਲਫ ਐਸਟੀਮ ਲੋ ਹੋਏਗੀ, ਕਦੀ ਸੈਲਫ ਐਸਟੀਮ ਹਾਈ ਹੋਏਗੀ, ਔਰ ਇਹ ਟ੍ਰਾਂਜੀਸ਼ਨ ਦੇ ਥਰੂ ਜਾ ਕੇ ਹੀ ਉਹ ਅਗਲੀ ਆਪਣੀ ਐਕਚੁਅਲ ਪਰਸਨੈਲਿਟੀ ਤੇ ਆਏਗਾ। ਤੇ ਉਸ ਸਮੇਂ ਮੈਨੂੰ ਲੱਗਦਾ ਹੈ ਕਿ ਪੇਰੈਂਟਸ ਦਾ ਸਭ ਤੋਂ ਇੰਪੋਰਟੈਂਟ ਰੋਲ ਇਜ਼ ਬੀਇੰਗ ਅ ਸਪੋਰਟ rather than judging the child। half of the times parents ਬੱਚਿਆਂ ਨੂੰ ਜੱਜ ਕਰਦੇ ਵੀ ਤੁਸੀਂ ਇੰਜ ਕਿਉਂ ਕਰ ਰਹੇ ਹੋ, तुम conscious क्यों हो रहे हो, तुम अपने friend से बात क्यों कर रहे हो, but these are all the normal changes which happen in this age group। ਬੱਚੇ ਆਪਣੇ peers ਨਾਲ ਜ਼ਿਆਦਾ ਕਨੈਕਟ ਕਰਦੇ ਆ, ਬੱਚੇ ਪੇਰੈਂਟਸ ਨਾਲ ਘੱਟ। ਉਹ ਇਸੇ ਕਰਕੇ ਬਿਕਾਜ਼ ਪੇਰੈਂਟਸ ਦੇ ਟਰਾਈ ਟੂ ਜੱਜ देयर ਚਿਲਡਰਨ ਸੋ ਮਚ ਕਿ ਉਹ ਉਹਨਾਂ ਨਾਲ ਗੱਲ ਕਰਨਾ ਪਸੰਦ ਨਹੀਂ ਕਰਦੇ। ਸੋ ਆਈ ਥਿੰਕ ਪੇਰੈਂਟਸ ਆਲਸੋ ਨੀਡ ਟੂ ਲਰਨ। ਉਹਨਾਂ ਨੂੰ ਆਪਣੇ ਬੱਚੇ ਜਿਹੜੇ ਗਰੋ ਕਰ ਰਹੇ ਆ ਉਹਨਾਂ ਨੂੰ ਸਪੇਸ ਦੇਣੀ ਹੈ, ਉਹਨਾਂ ਨੂੰ ਅੰਡਰਸਟੈਂਡ ਕਰਨਾ ਹੈ, ਉਹਨਾਂ ਨੂੰ ਸਪੋਰਟ ਕਰਨੀ ਹੈ, ਔਰ ਇਹਨਾਂ ਉਹਨਾਂ ਨੂੰ ਹੌਸਲਾ ਦੇਣਾ ਹੈ ਕਿ ਜੇ ਉਹਨਾਂ ਦੇ ਮਨ 'ਚ ਕੋਈ ਡਾਊਟ ਆ ਰਿਹਾ ਉਹ ਪੁੱਛ ਸਕਣ। ਜੀ ਵੈਸੇ ਤਾਂ ਸਾਡੀ ਸੁਸਾਇਟੀ ਇਸ ਚੀਜ਼ ਲਈ ਰੈਡੀ ਨਹੀਂ ਆ, ਬਿਕਾਜ਼ ਜਦੋਂ ਵੀ ਮੈਂਟਲ ਹੈਲਥ ਦੀ ਗੱਲ ਆਉਂਦੀ ਹੈ, ਸਾਈਕੋਲੋਜੀਕਲ ਪ੍ਰੈਸ਼ਰ ਦੀ ਗੱਲ ਆਉਂਦੀ ਹੈ, ਤਾਂ ਅਸੀਂ ਇਹਨਾਂ ਚੀਜ਼ਾਂ ਨੂੰ ਵੀ ਪੀਰੀਅਡਸ ਦੀ ਗੱਲਬਾਤ ਵਾਂਗ ਕਵਰ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਬਟ ਕੀ ਅਸੀਂ ਇੱਕ ਕੰਸਲਟੇਸ਼ਨ ਜਾਂ ਇੱਕ ਥੈਰੇਪੀ ਸਾਈਕੋਲੋਜੀਕਲੀ ਉਹਨਾਂ ਲਈ ਰੱਖ ਸਕਦੇ ਹਾਂ? ਦੇਖੋ ਅਗਰ ਜ਼ਰੂਰਤ ਹੋਏ, ਨਾਟ ਆਲ ਚਿਲਡਰਨ, ਸਾਰੇ ਬੱਚਿਆਂ ਨੂੰ ਥੈਰੇਪਿਸਟ ਦੀ ਲੋੜ ਨਹੀਂ ਹੈ। ਅਗਰ ਪੈਰੈਂਟਸ ਹੀ ਉਹ ਰੋਲ ਪ੍ਰੋਪਰਲੀ ਪਲੇ ਕਰਨਗੇ ਤਾਂ ਇਹੋ ਜਿਹੀ ਕੋਈ ਜ਼ਰੂਰਤ ਨਹੀਂ ਹੈ। ਪਰ ਹਾਂ, ਪੇਰੈਂਟਸ ਸ਼ੁੱਡ ਬੀ ਏਬਲ ਟੂ ਆਈਡੈਂਟੀਫਾਈ ਕਿ ਮੇਰਾ ਬੱਚਾ ਡਿਪਰੈਸ਼ਨ 'ਚ ਤਾਂ ਨਹੀਂ ਹੈ, ਕਿਉਂਕਿ ਇੱਕ ਐਂਟੀਟੀ ਹੈ ਐਡੋਲੈਸੈਂਟ 'ਚ ਡਿਪਰੈਸ਼ਨ ਵਿਚ ਇਜ਼ ਕਮਿੰਗ ਵੈਰੀ ਕਾਮਨ। ਚਾਹੇ ਚੇਂਜਿੰਗ ਲਾਈਫਸਟਾਈਲ ਕਹਿ ਲਓ, ਅਗੇਨ ਨਿਊਕਲੀਅਰ ਫੈਮਲੀਜ਼ ਕਹਿ ਲਓ, ਇਨਡੋਰ ਸਾਰੇ ਰਹਿੰਦੇ ਆ, ਆਊਟਸਾਈਡ ਆਪਣੀ ਲਾਈਫ ਨਹੀਂ ਹੈ, ਉਹਨਾਂ ਕਾਰਨਾਂ ਕਰਕੇ ਐਡੋਲੈਸੈਂਟਸ ਵਿੱਚ ਡਿਪਰੈਸ਼ਨ ਵੀ ਕਾਮਨ ਹੈ। ਸੋ ਪੇਰੈਂਟਸ ਨੂੰ ਇਹ ਆਈਡੈਂਟੀਫਾਈ ਕਰਨਾ ਆਉਣਾ ਚਾਹੀਦਾ ਹੈ ਕਿ ਮੇਰਾ ਬੱਚਾ ਥੋੜਾ ਮੂਡੀ ਹੈ ਜਾਂ ਹਰ ਸਮੇਂ ਡਿਪਰੈਸਡ ਰਹਿੰਦਾ ਹੈ, ਕਿ ਉਹ ਇਹ ਤਾਂ ਨਹੀਂ ਕਿ ਵੀ ਫਰੈਂਡਸ਼ਿਪ ਕਰਨਾ ਅਵੋਇਡ ਕਰ ਰਿਹਾ ਹੈ, ਲੋਕਾਂ ਨਾਲ ਗੱਲਬਾਤ ਕਰਨਾ ਅਵੋਇਡ ਕਰ ਰਿਹਾ ਹੈ, ਜਾਂ ਬਹੁਤ ਕ੍ਰਾਈਮ ਸਪੈਲਸ ਹੈ, ਜਾਂ ਨੈਗੇਟਿਵ ਥਾਟਸ ਬਹੁਤ ਜ਼ਿਆਦਾ ਹੈ, ਜਾਂ ਉਹ ਸਕੂਲ 'ਚੋਂ ਡ੍ਰੌਪ ਆਊਟ ਹੋ ਰਿਹਾ, ਆਪਣਾ ਸਕੂਲ ਮਿਸ ਕਰ ਰਿਹਾ, ਕਲਾਸਿਸ 'ਚ ਨਹੀਂ ਜਾ ਰਿਹਾ, ਜਾਂ ਉਹਦੀ ਜਿਹੜੀ ਐਕੈਡੈਮਿਕ ਪਰਫਾਰਮੈਂਸ ਹੈ ਉਹ ਸਡਨਲੀ ਡਿਕਲਾਈਨ ਹੋ ਰਹੀ ਹੈ। ਸੋ ਇਸ ਟਾਈਮ ਤੇ ਇਹ ਸਾਰੀਆਂ ਗੱਲਾਂ ਬਾਰੇ ਵੀ ਪੇਰੈਂਟਸ ਨੂੰ ਅਲਰਟ ਰਹਿਣਾ ਹੈ। ਅਗਰ ਇਹ ਸਾਈਨਸ ਆਉਣਗੇ ਦੈਨ ਯੈਸ, ਸਾਈਕੋਲੋਜਿਸਟ ਦਾ ਡੈਫੀਨਿਟ ਰੋਲ ਹੈ, ਥੈਰੇਪਿਸਟ ਦਾ ਡੈਫੀਨਿਟ ਰੋਲ ਹੈ। ਜੀ ਐਜ਼ ਅ ਗਾਇਨੋਕੋਲੋਜਿਸਟ, ਜਦੋਂ ਤੁਹਾਡੇ ਕੋਲ ਪੇਰੈਂਟਸ ਆਉਂਦੇ ਨੇ ਆਪਣੀ ਬੇਟੀ ਦੇ ਫਸਟ ਪੀਰੀਅਡਸ ਬਾਰੇ ਗੱਲ ਕਰਨ, ਉਹਨਾਂ ਦਾ ਸਭ ਤੋਂ ਮੇਨ ਕੰਸਰਨ ਕੀ ਹੁੰਦਾ ਹੈ? ਦੇਖੋ ਇੱਕ ਬੜਾ ਇੰਪੋਰਟੈਂਟ ਚੀਜ਼ ਹੈ ਕਿ ਇਨੀਸ਼ੀਅਲੀ ਜਦੋਂ ਪੀਰੀਅਡ ਸਟਾਰਟ ਹੁੰਦੇ ਹੈ, ਪਹਿਲੇ 2 ਤੋਂ 3 ਸਾਲ ਪੀਰੀਅਡਸ ਆਰ ਇਰੈਗੂਲਰ। ਇਰੈਗੂਲਰ ਮਤਲਬ ਕਿ ਹੁਣ ਆ ਗਏ 2 ਮਹੀਨੇ ਆਏ ਨਹੀਂ, ਫਿਰ ਆ ਗਏ, ਉਸ ਤੋਂ ਬਾਅਦ 15 ਦਿਨ ਬਾਅਦ ਹੀ ਆ ਗਏ, 10 ਡੇਜ਼ ਬਾਅਦ ਹੀ ਆ ਗਏ, ਕਦੀ 2 ਦਿਨ ਚੱਲੇ, ਕਦੀ 5 ਦਿਨ ਚੱਲੇ, ਕਦੀ ਹਫਤਾ ਚੱਲੇ। ਸੋ irregularity of the period bothers the mothers। ਉਹਨਾਂ ਨੂੰ ਲੱਗਦਾ ਹੈ ਕਿ ਵੀ ਪੀਰੀਅਡ ਰੈਗੂਲਰ ਨਹੀਂ ਆ ਰਿਹਾ, ਬਿਕੋਜ਼ ਹਰ ਮਦਰ ਚਾਹੁੰਦੀ ਹੈ ਕਿ ਪੀਰੀਅਡ ਤੇ ਮਹੀਨੇ ਦੇ ਮਹੀਨੇ ਆना चाहिए, ट्रैक होने चाहिए। एग्जैक्टली। तो इस कंसर्न के साथ लॉट ऑफ मदर्स दे कम टू दी OPD। सो व्हाट आई टेल देम इज, देखो 2 years from the onset of the period हार्मोनल एक्सिस ਨੂੰ बैलेंस ਹੋਣ ਚ लगता है। हार्मोन्स ਜਿਹੜੇ हैं वो आउट ऑफ बैलेंस क्यों है? बिकॉज द हमारे मेडिकल लैंग्वेज में there is a gland in the brain which is called hypothalamus, उस तो बाद पिट्यूटरी एंड देन ओवरीज। सो ये सारे जो ग्लैंड्स का एक एक्सेस है उसको अलाइन होने में टाइम लगता है। इट टेक्स ऑलमोस्ट 2 years कि जिस तो पहला बच्चों के पीरियड ਜਿਹੜੇ ਉਹ ਰੈਗੂਲਰ ਹੋਣਗੇ। ਇਸ ਕਰਕੇ ਬਿਲਕੁਲ ਚਿੰਤਾ ਦੀ ਗੱਲ ਨਹੀਂ ਹੈ। ਅਸੀਂ ਯੰਗ ਗਰਲਸ ਨੂੰ ਆਇਰਨ ਸਪਲੀਮੈਂਟ ਕਰਦੇ ਹਾਂ ਤਾਂ ਕਿ ਉਹਨਾਂ ਨੂੰ ਕਮਜ਼ੋਰੀ ਨਾ ਆਏ, खून की कमी ना आए, और उन्होंने डाइट बारे गाइड करते हैं, और उन्होंने रीअश्योर करते हैं कि तुसी 1.5-2 साल इन्हों के पीरियड्स की डेट्स नहीं नोट करनिया। बस बच्चे नू समझाना है कि जे हैवी फ्लो है या पेन है तो पेन वास्ते दवाई ली जा सकती है, और अपने पीरियड्स जे अगे पिछे आ रहे हैं तो उसकी टेंशन नहीं करनी है। यू जस्ट हैव टू नोट डाउन द डेट्स। तुसी दवाई की गल कीती है, ये भी कहा जाता है कि गर्म दुध ले लो ਉਹ ਕਾਫੀ ਹੈ, ਦਵਾਈ ਦੀ ਲੋੜ ਨਹੀਂ ਹੈ, ਦਵਾਈ ਦੇ ਨਾਲ ਹੋਰ ਬਹੁਤ ਪ੍ਰੋਬਲਮਸ ਆਉਂਦੀਆਂ ਨੇ। ਨਹੀਂ, ਦੇਖੋ ਇਹ ਮਿਥ ਹੈ, ਇਹ ਭ੍ਰਾਂਤੀ ਹੈ ਇੱਕ ਤਰ੍ਹਾਂ ਦੀ ਜਿਨ੍ਹਾਂ ਲੋਕਾਂ ਦੇ ਮਨਾਂ 'ਚ ਹੁੰਦੀ ਹੈ ਕਿ ਭਈ ਪੇਨ ਕਿਲਰ ਨਹੀਂ ਦੇਣਾ, ਉਹਦੇ ਨਾਲ ਨੁਕਸਾਨ ਹੋਏਗਾ। ਦੇਖੋ ਛੋਟੇ ਬੱਚੇ ਅਗਰ ਬਹੁਤ ਪੇਨ ਤੋਂ ਸਫਰ ਕਰ ਰਹੇ ਹੈ, ਆਪਣਾ ਸਕੂਲ ਮਿਸ ਕਰ ਰਹੇ ਹੈ, ਜਾਂ ਉਹ ਬੇਹੋਸ਼ ਹੋ ਰਹੇ, ਉਹਨਾਂ ਨੂੰ ਚੱਕਰ ਆ ਰਿਹਾ, ਉਸ ਸਿਨੈਰੀਓ ਵਿੱਚ ਪੇਨ ਕਿਲਰ ਇਜ਼ ਵੈਰੀ ਸੇਫ। ਬਹੁਤ ਸਾਰੀਆਂ ਮਾਈਲਡ ਪੇਨ ਕਿਲਰਸ ਹੈ ਜਿਹੜੀਆਂ ਡੇ 1 ਜਾਂ ਡੇ 2 ਆਫ ਪੀਰੀਅਡ ਤੇ ਦੇਣ ਨਾਲ ਬੱਚਾ ਉਹਨਾਂ ਸਫਰ ਨਹੀਂ ਕਰਦਾ ਪੇਨ ਤੋਂ, ਆਪਣਾ ਡੇ ਟੂ ਡੇ ਕੰਮ ਵੀ ਕਰ ਪਾਉਂਦਾ ਹੈ। ਇਸ ਕਰਕੇ ਉਹਨਾਂ ਨੂੰ ਅਵੋਇਡ ਕਰਨ ਦੀ ਕੋਈ ਲੋੜ ਨਹੀਂ ਹੈ। ਜੇ ਮਹੀਨੇ 'ਚ ਅਸੀਂ 1 ਜਾਂ 2 ਟੇਬਲੇਟਸ ਪੇਨ ਦੀਆਂ ਖਾ ਰਹੇ ਹਾਂ ਉਹਦਾ ਕੋਈ ਨੁਕਸਾਨ ਨਹੀਂ। ਅੱਜ ਕੱਲ੍ਹ ਚੱਲ ਰਿਹਾ ਕਿ ਤੁਸੀਂ ਇੱਕ ਕਿੱਟ ਰੈਡੀ ਕਰ ਸਕਦੇ ਹੋ ਸਕੂਲ ਗੋਇੰਗ ਗਰਲਸ ਦੇ ਲਈ। ਉਸ ਕਿੱਟ ਦੇ ਵਿੱਚ ਕੀ ਇੰਪੋਰਟੈਂਟ ਚੀਜ਼ਾਂ ਜਿਹੜੀਆਂ ਨੇ ਹੋਣੀਆਂ ਚਾਹੀਦੀਆਂ ਨੇ? ਦੇਖੋ ਮੋਸਟ ਇੰਪੋਰਟੈਂਟ ਇਜ਼
ਬੱਚਿਆਂ ਨੂੰ ਇੱਕ ਐਕਸਟਰਾ ਪੇਅਰ ਆਫ ਅੰਡਰਗਾਰਮੈਂਟਸ ਦਿੱਤੇ ਜਾ ਸਕਦੇ ਹੈ, ਜੀ। ਪੈਡਸ ਸੈਨੀਟਰੀ ਪੈਡਸ ਦਿੱਤੇ ਜਾ ਸਕਦੇ ਹੈ ਔਰ ਇੱਕ ਪੇਨ ਕਿਲਰ ਦਿੱਤੀ ਜਾ ਸਕਦੀ ਹੈ ਕਿ ਜੇ ਜ਼ਿਆਦਾ ਜ਼ਰੂਰਤ ਹੋਏ ਤਾਂ ਉਹ ਨਾਲ ਰੱਖ ਸਕਦੇ ਹੈ ਜਾਂ ਚੇਂਜ ਆਫ ਕਲੋਥਸ ਵੀ ਦਿੱਤੇ ਜਾ ਸਕਦੇ ਹੈ। ਅਗਰ ਕਈ ਸਕੂਲਸ ਵਿੱਚ ਜਿਵੇਂ ਵਾਈਟ ਸਕਰਟਸ ਹੈ ਜਾਂ ਬੱਚਿਆਂ ਦੀ ਯੂਨੀਫਾਰਮ ਸਟੇਨ ਹੋ ਜਾਏਗੀ ਦੈਨ ਐਕਸਟਰਾ ਪੇਅਰ ਆਫ ਕਲੋਥਸ ਕੈਨ ਬੀ ਗਿਵਨ। ਜੀ ਜੀ ਜੀ, ਤੁਸੀਂ ਗੱਲ ਕੀਤੀ ਕਿ ਸੈਨੀਟਰੀ ਪੈਡਸ ਜਿਹੜੇ ਨੇ ਦਿੱਤੇ ਜਾ ਸਕਦੇ ਨੇ। ਅੱਜ ਕੱਲ੍ਹ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਆਪਸ਼ਨਸ ਅਵੇਲੇਬਲ ਨੇ। ਸਭ ਤੋਂ ਪਹਿਲਾਂ ਤਾਂ ਇਹ ਗੱਲ ਕਰਦੇ ਕਿ ਸੈਨੀਟਰੀ ਪੈਡਸ ਆਪਾਂ ਜੇ ਯੂਜ਼ ਕਰ ਰਹੇ ਹਾਂ ਕਿੰਨੀ ਦੇਰ ਬਾਅਦ ਸਾਨੂੰ ਚੇਂਜ ਕਰਨਾ ਚਾਹੀਦਾ ਹੈ? देखो इट विल डिपेंड अपॉन कि कितना फ्लो है। अगर बहुत हैवी फ्लो है तो 2 घंटे च भी सैनिटरी पैड खराब हो जाएगा। अगर बहुत लाइट फ्लो है तो 6 to 8 आवर्स एक पैड आप यूज़ कर सकते हैं, पर उस तो ज़्यादा नहीं। जी, एवरी 6 to 8 आवर्स पैड ਜਿਹੜਾ ਉਹ ਚੇਂਜ ਹੋਣਾ ਚਾਹੀਦਾ। ਜੇ ਸਵੇਰੇ ਲੱਗਿਆ ਤੇ ਸ਼ਾਮੀ ਚੇਂਜ ਹੋਏਗਾ, ਜੇ ਸ਼ਾਮੀ ਲੱਗਿਆ ਤੇ ਫਿਰ ਰਾਤੀ ਸੌਣ ਤੋਂ ਪਹਿਲਾਂ ਜ਼ਰੂਰ ਚੇਂਜ ਹੋਏਗਾ। ओवरनाइट डर्टी पैड नहीं वेयर करना चाहिए बिकॉज ओवरनाइट 8 to 10 आवर्स हैं और अगर आप डर्टी पैड्स यूज़ कर रहे हैं या एक पैड 24 आवर्स यूज़ कर रहे हैं दैन चांसेस ऑफ इन्फेक्शन आर मच मोर। ਜੀ, ਇਨਫੈਕਸ਼ਨ ਜਿਹੜੀ ਹੈ ਉਹ ਡਿਊਰਿੰਗ ਪੀਰੀਅਡਸ ਹੋਣ ਦੇ ਚਾਂਸਸ ਕਿੰਨੇ ਨੇ? ਅਦਰਵਾਈਜ਼ ਜੇ ਵੈਜਨਲ ਇਨਫੈਕਸ਼ਨਸ ਹੋ ਰਹੀ ਹੈ ਗਰਲਸ ਨੂੰ ਤੇ ਉਹ ਕਿਹੜੇ ਸਾਈਨਸ ਨੇ ਜਿਹਦੇ ਤੋਂ ਪਤਾ ਲੱਗ ਸਕਦਾ ਹੈ ਕਿ ਹਾਂ ਦੇਖੋ ਅਕਸਰ ਜਿਹੜੇ ਯੰਗ ਬੱਚੇ ਉਹਨਾਂ 'ਚ ਵੈਜਾਈਨਲ ਇਨਫੈਕਸ਼ਨ ਇਜ਼ ਨਾਟ ਕਾਮਨ ਜੀ, ਬਿਕੋਜ਼ ਨੈਚੁਰਲ ਕਈ ਬੈਰੀਅਰਸ ਹੈ ਜਿਹੜੇ ਯੰਗ ਬੱਚਿਆਂ 'ਚ ਹੁੰਦੇ ਔਰ ਇਸ ਕਰਕੇ ਉਹਨਾਂ ਨੂੰ ਈਜ਼ੀਲੀ ਵੈਜਾਈਨਲ ਇਨਫੈਕਸ਼ਨਸ ਨਹੀਂ ਹੁੰਦੀਆਂ। ਇੱਕ ਮਿਥ ਹੋਰ ਬਹੁਤ ਜ਼ਿਆਦਾ ਕਾਮਨ ਹੈ ਪੀਰੀਅਡਸ ਨੂੰ ਲੈ ਕੇ ਕਿ ਸਾਨੂੰ ਸਿਰ ਨਹੀਂ ਧੋਣਾ ਚਾਹੀਦਾ। ਇਸ ਤੋਂ ਇਲਾਵਾ ਇੱਕ ਹੈ ਕਿ ਸਾਨੂੰ ਸਪੋਰਟਸ ਐਕਟੀਵਿਟੀਜ਼ ਨਹੀਂ ਕਰਨੀਆਂ ਚਾਹੀਦੀਆਂ। ਇਵਨ ਉਦੋਂ ਵੀ ਨਹੀਂ ਕਰਨੀਆਂ ਚਾਹੀਦੀਆਂ ਜਦੋਂ ਅਸੀਂ ਉਸ ਏਜ ਦੇ ਵਿੱਚ ਹੋਈਏ ਕਿ ਪੀਰੀਅਡਸ ਆਉਣ ਵਾਲੇ ਨੇ, ਹੁਣ ਅਸੀਂ ਜ਼ਿਆਦਾ ਸਾਈਕਲ ਨਹੀਂ ਚਲਾ ਸਕਦੇ, ਜ਼ਿਆਦਾ ਰਨਿੰਗ ਨਹੀਂ ਕਰ ਸਕਦੇ। ਕੀ ਕਹਿਣਾ ਚਾਹੋਗੇ ਇਸ ਬਾਰੇ? ਨਹੀਂ, ਆਈ ਡੋਂਟ ਥਿੰਕ ਸੋ, ਆਈ ਡੋਂਟ ਐਗਰੀ। ਦੇਖੋ ਇਸ ਤਰ੍ਹਾਂ ਹੈ ਕਿ ਇਟ ਡਿਪੈਂਡਸ। ਅਗਰ ਤਾਂ some girl is not having any pain, कोई pain नहीं है, कोई problem नहीं है, she can run, she can jump, she can do whatever, but कोई बच्चा है जिन्हों बहुत pain हो रही है या उन्होंने बहुत heavy flow हो रहा है, so government has also ਹੁਣ ਤਾਂ ਗਵਰਨਮੈਂਟ ਨੇ ਵੀ ਇਹ ਕਨਸੈਸ਼ਨ ਦਿੱਤੀ ਹੋਈ ਹੈ ਕਿ ਮੈਂਸਟਰੂਅਲ ਡੇ ਦੀ ਲੀਵ ਲਈ ਜਾ ਸਕਦੀ ਹੈ ਜਾਂ ਤੁਸੀਂ ਕੋਈ ਐਕਟੀਵਿਟੀ ਅਵੋਇਡ ਕਰਨਾ ਚਾਹੁੰਦੇ ਹੋ ਤੁਸੀਂ ਸਾਈਡ ਤੇ ਬੈਠ ਸਕਦੇ ਹੋ। ਬਟ ਅਗਰ ਕਿਸੇ ਨੂੰ ਪੇਨ ਨਹੀਂ ਹੈ, ਫਲੋ ਮੋਡਰੇਟ ਹੈ ਤੇ ਸਾਇੰਟੀਫਿਕਲੀ देयर इज नो ਹਾਰਮ, ਕੋਈ ਨੁਕਸਾਨ ਨਹੀਂ ਹੈ ਜੇ ਤੁਸੀਂ ਹੈਡ ਵਾਸ਼ ਕਰ ਰਹੇ ਹੋ ਜਾਂ ਤੁਸੀਂ ਸਪੋਰਟਸ ਕਰ ਰਹੇ ਹੋ ਜਾਂ ਤੁਸੀਂ ਕੋਈ ਵੀ ਐਕਟੀਵਿਟੀ ਅਵੋਇਡ ਕਰਨ ਦੀ ਉਸ ਤਰ੍ਹਾਂ ਲੋੜ ਨਹੀਂ ਹੈ। ਜੀ, ਸੈਨੀਟਰੀ ਪੈਡਸ ਤੋਂ ਇਲਾਵਾ ਕਮਰਸ਼ੀਅਲਾਈਜ਼ ਵਰਲਡ ਦੇ ਵਿੱਚ ਆਪਾਂ ਹੈਗੇ ਹਾਂ, ਟੈਂਪੂਨਸ ਹੈਗੇ ਨੇ, ਕੱਪਸ ਹੈਗੇ ਨੇ, ਇਹ ਇਨੀਸ਼ੀਅਲੀ ਯੂਜ਼ ਕਰਨੇ ਸਹੀ ਨੇ? ਨਹੀਂ, ਨਾਟ ਇਨ ਦ ਬਿਗਨਿੰਗ। ਨਾ ਹੀ ਬੱਚਾ ਕੰਫਰਟੇਬਲ ਹੋਏਗਾ ਮੈਂਸਟਰਲ ਕੱਪ ਯੂਜ਼ ਕਰਨ ਲਈ, ਬਟ ਹਾਂ 16 17 18 ਸਾਲ ਦੀ ਏਜ ਤੇ ਥੀਸ ਆਰ ਗੁੱਡ ਆਪਸ਼ਨਸ ਹੈ ਨਾ, ਕਿਉਂਕਿ ਜਿਹੜੇ ਟੈਂਪੂਨਸ ਹੈ ਉਹ ਬਾਇਓਡੀਗ੍ਰੇਡੇਬਲ ਹੈ। ਸਿਮਿਲਰਲੀ ਜਿਹੜੇ ਮੈਂਸਟਰਲ ਕੱਪਸ ਹੈ ਉਹ ਰੀਯੂਜ਼ੇਬਲ ਹੈ। ਸੋ এনवायरमेंट ਹੈਲਥ ਦੀ ਜਦੋਂ ਆਪਾਂ ਗੱਲ ਕਰਦੇ ਹਾਂ ਬੋਥ ਦ ਆਪਸ਼ਨਸ ਆਰ ਵੈਰੀ ਗੁੱਡ, ਬਟ ਉਹਨਾਂ ਬੱਚਿਆਂ ਵਾਸਤੇ ਨਹੀਂ ਜਿਨ੍ਹਾਂ ਦੇ ਹਲੇ ਪੀਰੀਅਡ ਜਸਟ ਸਟਾਰਟਡ ਹੈ, ਉਹਨਾਂ ਵਾਸਤੇ ਨਹੀਂ। ਜੀ, ਸਭ ਤੋਂ ਵੱਡੀ ਦਿੱਕਤ ਜਿਹੜੀ ਆਉਂਦੀ ਹੈ ਨਾ ਉਹ ਪੇਨ ਦੀ ਆਉਂਦੀ ਹੈ। ਸਟਮਕ ਪੇਨ ਹੋ ਗਈ, ਬੈਕ ਪੇਨ ਹੋ ਗਈ, ਉਸ ਪੇਨ ਨੂੰ ਕਿਵੇਂ ਮੈਨੇਜ ਕੀਤਾ ਜਾਵੇ? ਪੇਨ ਕਿਲਰ ਦੀ ਹੈਲਪ ਨਾਲ। ਦੂਸਰਾ ਇਹ ਹੈ ਕਿ ਜਿਹੜੇ ਬੱਚੇ ਫਿਜ਼ੀਕਲੀ ਫਿਟ ਹੈ, ਲਾਈਕ ਐਕਸਰਸਾइज ਕਰ ਰਹੇ हैं, योगा कर रहे हैं या कोई भी एथलेटिक गेम खेल रहे हैं, बास्केटबॉल खेल रहे, रनिंग कर रहे, people who are physically fit ਇਹ ਦੇਖਿਆ ਗਿਆ ਕਿ ਉਹਨਾਂ ਦੀ ਪੇਨ ਐਂਡਿਓਰੈਂਸ ਇਜ਼ ਮਚ ਬੈਟਰ। ਸੈਕੰਡਲੀ ਵਿਟਾਮਿਨ ਡੀ ਅਗਰ ਡੈਫੀਸ਼ੀਐਂਟ ਹੈ ਉਹਨੂੰ ਸਪਲੀਮੈਂਟ ਕਰਨਾ ਚਾਹੀਦਾ ਹੈ, ਉਹਦੇ ਨਾਲ ਵੀ ਜਿਹੜੀ ਪੀਰੀਅਡਸ 'ਚ ਪੇਨ ਹੈ ਉਹ ਘੱਟ ਹੋ ਜਾਂਦੀ ਹੈ। ਅਗਰ ਕੋਈ ਬੱਚਾ ਅਨੀਮਿਕ ਹੈ, ਉਹਦਾ ਹੀਮੋਗਲੋਬਿਨ ਘੱਟ ਹੈ, ਉਹਨੂੰ ਆਇਰਨ ਸਪਲੀਮੈਂਟ ਕਰਨ ਨਾਲ, ਹੀਮੋਗਲੋਬਿਨ ਬਿਲਡਅਪ ਕਰਨ ਨਾਲ ਪੇਨ ਟੋਲਰੈਂਸ ਮਚ ਬੈਟਰ ਹੋ ਜਾਂਦੀ ਹੈ। ਪਰ ਅਦਰਵਾਈਜ਼ ਅਗਰ ਪੇਨ ਹੈ ਤੇ ਪੇਨ ਕਿਲਰ ਕੈਨ ਬੀ ਗਿਵਨ, ਹੌਟ ਵਾਟਰ ਬੋਟਲ ਕੈਨ ਬੀ ਗਿਵਨ। ਅੱਜ ਕੱਲ੍ਹ ਕਈ ਵਾਰੀ ਉਹ ਪੈਡਸ ਆਉਂਦੇ ਆ, ਹੀਟ ਪੈਡਸ, ਉਹ ਯੂਜ਼ ਕਰ ਸਕਦੇ ਆ। ਔਰ ਇੱਕ ਹੋਰ ਟੈਕਨੋਲੋਜੀ ਹੈ ਜਿਹਨੂੰ ਟੈਂਸ ਕਹਿੰਦੇ ਆ, ਟ੍ਰਾਂਸਕਿਊਟੇਨੀਅਸ ਇਲੈਕਟ੍ਰੋਡਰਮਲ ਥੈਰੇਪੀ। ਸੋ ਉਹਦੇ ਨਾਲ ਟੈਂਸ ਵਿੱਚ ਨਰਵ ਸਟਿਮੂਲੇਸ਼ਨ ਹੁੰਦੀ ਹੈ ਵਾਈਬ੍ਰੇਸ਼ਨ ਨਾਲ, ਉਹ ਵੀ ਯੂਜ਼ ਕਰ ਸਕਦੇ ਹੋ। ਉਹ ਵੀ ਅੱਜ ਕੱਲ੍ਹ ਔਨਲਾਈਨ ਅਵੇਲੇਬਲ ਹੈ ਔਰ ਬਹੁਤ ਐਕਸਪੈਂਸਿਵ ਨਹੀਂ ਹੈ। ਕਈ ਬੱਚੇ ਟੈਂਸ ਯੂਜ਼ ਕਰ ਲੈਂਦੇ ਆ, ਉਹਦੇ ਨਾਲ ਵੀ ਪੇਨ ਘੱਟ ਹੁੰਦੀ ਹੈ। ਜੀ, ਇੱਕ ਇੰਪੋਰਟੈਂਟ ਗੱਲ ਇਹ ਸੀਗੀ ਕਿ ਅਸੀਂ ਹਮੇਸ਼ਾ ਜਦੋਂ ਪੀਰੀਅਡਸ ਦੀ ਗੱਲ ਕਰਦੇ ਹਾਂ ਜਾਂ ਬੇਟੀਆਂ ਨੂੰ ਉਸ ਬਾਰੇ ਨੌਲੇਜ ਦੇਣ ਦੀ ਗੱਲ ਕਰਦੇ ਤਾਂ ਸਾਨੂੰ ਲੱਗਦਾ ਕਿ ਸਾਰਾ ਪ੍ਰੈਸ਼ਰ ਜਿਹੜਾ ਉਹ ਮਦਰ ਦਾ ਆ, ਮਦਰ ਦਾ ਹੋਣਾ ਚਾਹੀਦਾ ਹੈ। ਤੁਹਾਨੂੰ ਕੀ ਲੱਗਦਾ ਹੈ ਕਿ ਫਾਦਰ ਦੀ ਕੋਈ ਰਿਸਪੌਂਸਿਬਿਲਿਟੀ ਹੈ? ਹਾਂ, ਡੈਫੀਨੇਟਲੀ ਹੈ। ਹੁਣ ਤਾਂ ਦੇਖੋ ਆਉਣ ਵਾਲੇ ਟਾਈਮ 'ਚ ਮਦਰ ਐਂਡ ਫਾਦਰ ਆਰ ਇਕੁਅਲੀ ਰਿਸਪੌਂਸਿਬਲ ਫॉर ਪੈਰੈਂਟਿੰਗ, ਕਿਉਂਕਿ ਨਾਓ ਮਦਰਸ ਆਰ ਨਾਟ ਜਸਟ ਹਾਊਸ ਮੇਕਰਸ, ਉਹ ਵੀ ਪ੍ਰੋਫੈਸ਼ਨਲੀ ਨੈਕ ਟੂ ਨੈਕ ਹਸਬੈਂਡਸ ਦੇ ਨਾਲ ਕੰਮ ਕਰ ਰਹੀ ਹੈ। ਸੋ ਪੈਰੈਂਟਿੰਗ ਦਾ ਰੋਲ ਵੀ ਇਕੁਅਲੀ ਡਿਵਾਈਡ ਹੋ ਜਾਂਦਾ ਹੈ। ਜੇ ਆਪਾਂ
ਬ੍ਰੈਡ ਵਿਨਿੰਗ ਦੀ ਗੱਲ ਕਰਦੇ ਹਾਂ ਕਿ ਉੱਥੇ ਵੀ ਹਸਬੈਂਡ ਐਂਡ ਵਾਈਫ ਇੱਕ ਦੂਜੇ ਦਾ ਹੈਂਡ ਹੋਲਡ ਕਰਦੇ ਆ, ਤਾਂ ਪੈਰੈਂਟਿੰਗ ਵਿੱਚ ਵੀ ਦੋਨਾਂ ਦੀ ਇਕੁਅਲ ਰਿਸਪੌਂਸਿਬਿਲਿਟੀ ਆ ਜਾਂਦੀ ਹੈ। ਐਂਡ ਆਈ ਵੁੱਡ ਲਾਈਕ ਟੂ ਸ਼ੇਅਰ ਵਿਦ ਯੂ ਕਿ ਲੱਕੀਲੀ ਜਿਹੜੀ ਕਲਾਇੰਟੇਲ ਨਾਲ ਅਸੀਂ ਡੀਲ ਕਰਦੇ ਹਾਂ ਪ੍ਰਾਈਵੇਟ ਸੈਕਟਰ ਵਿੱਚ, ਆਈ ਐਮ ਵੈਰੀ ਹੈਪੀ ਕਿ ਲੋਟ ਆਫ ਫਾਦਰਸ ਦੇ ਕਮ ਵਿਦ देयर ਡਾਟਰਸ, ਮਦਰਸ ਨਹੀਂ ਆਉਂਦੀਆਂ, ਫਾਦਰਸ ਲੈ ਕੇ ਆਉਂਦੇ ਆ। ਸੋ ਦੈਟ ਚੇਂਜ ਇਜ਼ ਕਮਿੰਗ ਸਲੋਲੀ, ਦ ਚੇਂਜ ਇਜ਼ ਕਮਿੰਗ। ਆਈ ਥਿੰਕ ਐਜੂਕੇਸ਼ਨ ਨਾਲ, ਅਵੇਅਰਨੈਸ ਨਾਲ, ਓਪਨਨੈਸ ਨਾਲ ਨਾਓ ਸੋਸਾਇਟੀ ਇਜ਼ ਲਾਈਕ ਦੈਟ ਕਿ ਈਵਨ ਫਾਦਰਸ ਆਪਣੀ ਡਾਟਰਸ ਨਾਲ ਆਉਂਦੇ ਆ ਪੀਰੀਅਡਸ ਦੀ ਪ੍ਰੋਬਲਮ ਡਿਸਕਸ ਕਰਨ ਵਾਸਤੇ। ਸੋ ਦੈਟਸ ਅ ਵੈਰੀ ਪੋਜ਼ਿਟਿਵ ਵੈਲਕਮ ਚੇਂਜ। ਜੀ ਜੀ ਜੀ, ਮੇਰੇ ਖਿਆਲ ਫੈਮਿਲੀ ਦਾ ਜਿਹੜਾ ਸਿਨੈਰੀਓ ਹੈ ਉਹ ਟੋਟਲੀ ਹੌਲੀ ਹੌਲੀ ਚੇਂਜ ਹੋ ਰਿਹਾ, ਬਟ ਜਿਹੜਾ ਸਾਡਾ ਰੂਰਲ ਇੰਡੀਆ ਹੈ ਉੱਥੇ ਹਾਲੇ ਬਹੁਤ ਟਾਈਮ ਲੱਗੇਗਾ। ਹਾਂ, ਟਾਈਮ ਲੱਗੇਗਾ, ਪਰ ਚੇਂਜ ਹੈ, ਉੱਥੇ ਵੀ ਚੇਂਜ ਹੈ, ਬਿਕੋਜ਼ ਕਈ ਫਾਦਰਸ ਆਪਣੀ ਡਾਟਰਸ ਨੂੰ ਲੈ ਕੇ ਆਉਂਦੇ ਜੀ ਜੀ, ਇਹ ਨਾਰਮਲਾਈਜ਼ ਫੈਮਿਲੀ ਕਨਵਰਸੇਸ਼ਨ ਬਣ ਸਕਦੀ ਹੈ। ਰੈੱਡ ਫਲੈਗਸ ਕਿਹੜੇ ਹੋਣੇ ਚਾਹੀਦੇ ਨੇ? ਰੈੱਡ ਫਲੈਗਸ ਹੈ, ਅਗਰ ਬੱਚਾ ਜਿਹੜਾ ਹੈ ਉਹ ਅਨੀਮਿਕ ਹੈ, ਬੱਚਾ ਦਾ ਰੰਗ ਜਿਵੇਂ ਕਹਿੰਦੇ ਕਿ ਵੀ ਪੀਲਾ ਹੈ, ਪੇਲ ਹੈ ਨਾ, ਉਸ ਕੇਸ ਵਿੱਚ ਅਗਰ ਬੱਚੇ ਦੀ ਹੀਮੋਗਲੋਬਿਨ 10 ਤੋਂ ਘੱਟ ਹੈ, ਇਹਦਾ ਮਤਲਬ ਬੱਚਾ ਅਨੀਮਿਕ ਹੈ, ਉਹ ਰੈੱਡ ਫਲੈਗ ਹੈ, ਉਹਦਾ ਕਰੈਕਸ਼ਨ ਹੋਣਾ ਚਾਹੀਦਾ ਹੈ। ਅਗਰ ਬੱਚੇ ਨੂੰ ਪੀਰੀਅਡ ਬਹੁਤ ਹੈਵੀ ਆ ਰਿਹਾ ਹੈ, ਰੋਜ਼ ਦੇ 8-8 ਪੈਡਸ ਯੂਜ਼ ਹੋ ਰਹੇ ਹੈ, ਔਰ ਅਗੇਨ ਬੱਚੇ ਨੂੰ ਚੱਕਰ ਆ ਰਹੇ ਹੈ, ਵੀਕਨੈਸ ਹੋ ਰਹੀ ਹੈ, ਉਹ ਰੈੱਡ ਫਲੈਗ ਹੈ। ਕਿਉਂਕਿ ਕਈ ਵਾਰੀ ਬੱਚਿਆਂ 'ਚ ਖੂਨ ਦੀ ਘਾਟ ਜਿਹੜੀ ਹੈ ਉਹ ਹੋਰ ਵਰਸ ਹੋ ਜਾਂਦੀ ਹੈ ਬਿਕੋਜ਼ ਆਫ ਐਕਸੈਸਿਵ ਫਲੋ, ਉਦੋਂ ਦਿਖਾਣਾ ਚਾਹੀਦਾ ਹੈ। ਅਗਰ ਬੱਚੇ 'ਚ ਪੀਰੀਅਡ 6 ਮੰਥਸ ਆ ਹੀ ਨਹੀਂ ਰਹੇ, ਉਹ ਵੀ ਦਿਖਾਣਾ ਚਾਹੀਦਾ ਹੈ। ਇਹ 2 ਸਾਲ ਦੇ ਵਿੱਚ ਦੀ ਤੁਸੀਂ ਗੱਲ ਕਰ ਰਹੇ ਹੋ? ਹਾਂਜੀ, ਮਤਲਬ 6 ਮੰਥਸ ਦਾ ਗੈਪ ਹੋ ਗਿਆ, 1.5-2 ਮਹੀਨੇ ਦੀ ਤਾਂ ਕੋਈ ਪ੍ਰੋਬਲਮ ਨਹੀਂ, ਬਟ 6 ਮਹੀਨੇ ਕਿਸੇ ਨੂੰ ਪੀਰੀਅਡ ਨਹੀਂ ਆ ਰਹੇ, ਫਿਰ ਜ਼ਰੂਰ ਦਿਖਾਣਾ ਚਾਹੀਦਾ ਹੈ ਨਾ। ਅਗਰ 16 ਸਾਲ ਦੀ ਏਜ ਤੱਕ ਵੀ ਕੋਈ ਪੀਰੀਅਡ ਨਹੀਂ ਆਏ ਔਰ ਕੋਈ ਸੈਕੰਡਰੀ ਸੈਕਸ਼ੂਅਲ ਕਰੈਕਟਰਸ ਵੀ ਨਹੀਂ ਹੈ, ਜਿਵੇਂ ਅਸੀਂ ਗੱਲ ਕੀਤੀ ਸੀ ਪਿਊਬਿਕ ਹੇਅਰ, ਐਕਸਿਲਰੀ ਹੇਅਰ, ਬ੍ਰੈਸਟ ਬਡਸ, ਅਗਰ ਇਹ ਵੀ ਨਹੀਂ ਹੈ, ਫਿਰ ਵੀ ਡੈਫੀਨੇਟਲੀ ਡਾਕਟਰ ਨੂੰ ਜਾ ਕੇ ਦਿਖਾਣਾ ਚਾਹੀਦਾ ਹੈ। ਕਈ ਵਾਰੀ ਬੱਚਿਆਂ ਨੂੰ ਥਾਇਰੋਇਡ ਦਾ ਡਿਸਫੰਕਸ਼ਨ ਹੁੰਦਾ ਹੈ ਕਿ ਉਹਨਾਂ ਦਾ weight gain ਹੋ ਰਿਹਾ ਹੈ, ਬੱਚਾ ਬੜਾ ਲੇਜ਼ੀ ਹੋ ਰਿਹਾ ਹੈ, ਸਕਿਨ ਡਰਾਈ ਹੋ ਰਹੀ ਹੈ, ਹੇਅਰ ਫਾਲ ਹੋ ਰਿਹਾ ਹੈ, ਫਿਰ ਵੀ ਜਾ ਕੇ ਦਿਖਾਣਾ ਚਾਹੀਦਾ ਹੈ। ਔਰ ਲਾਸਟ ਬਟ ਨਾਟ ਦ ਲੀਸਟ, ਅੱਜ ਕੱਲ੍ਹ ਇੱਕ ਬੜੀ ਕਾਮਨ ਪ੍ਰੋਬਲਮ ਹੈ ਜਿਹਨੂੰ ਅਸੀਂ PCOD ਕਹਿੰਦੇ ਹਾਂ। ਉਸ ਕੇਸ ਵਿੱਚ ਬੱਚਿਆਂ ਦੀ ਐਕਸੈਸਿਵ ਹੇਅਰ ਗਰੋਥ ਹੈ, ਬਹੁਤ ਜ਼ਿਆਦਾ ਫੇਸ ਤੇ ਐਕਨੇ ਹੈ, ਪੀਰੀਅਡਸ 6 ਮਹੀਨੇ ਆ ਨਹੀਂ ਰਹੇ, ਬੱਚੇ ਬਹੁਤ ਓਬੀਜ਼ ਹੋ ਰਹੇ ਹੈ, ਇਹ ਸਾਰੇ ਰੈੱਡ ਫਲੈਗਸ हैं ਜਦੋਂ ਜਾ ਕੇ ਡਾਕਟਰ ਨੂੰ ਜ਼ਰੂਰ ਕੰਸਲਟ ਕਰਨਾ ਚਾਹੀਦਾ ਹੈ। ਕੋਈ ਮੈਡੀਕਲ ਐਗਜ਼ਾਮੀਨੇਸ਼ਨ ਦੇ ਵਿੱਚ ਕੋਈ ਟੈਸਟ ਹੁੰਦੇ ਨੇ ਜਿਹੜੇ ਕਿ ਤੁਸੀਂ ਚਾਹੁੰਦੇ ਹੋ ਕਿ ਹੋਣੇ ਚਾਹੀਦੇ ਨੇ ਸੋ ਦੈਟ ਅਸੀਂ ਪਹੁੰਚ ਸਕੀਏ ਇਸ ਨਤੀਜੇ ਤੇ ਕਿ ਐਕਚੁਅਲ ਦੇ ਵਿੱਚ ਕੀ ਪ੍ਰੋਬਲਮ ਆ ਰਹੀ ਹੈ? देखो, आई वुड से कि बिना गायनोकोलॉजिस्ट या कोई भी स्त्री रोग विशेषज्ञ तो कंसल्ट किए बिना टेस्ट नहीं कराने चाहिए, बिकॉज आई एम सॉरी बट हुण अजकल एक बड़ा ट्रेंड हो गया कि हर बंदा अपना पैकेज करा लेंदा। जी जी, वो पैकेज विच 80-90% टेस्ट तो इरेलीवेंट है, 10-20% टेस्ट हैं जिहड़े रेलीवेंट हैं। तो बेटर ये है कि पहला डॉक्टरी राय ली जाए, जिहड़े स्पैसीफिक रेलीवेंट टेस्ट हैं बस वही कराए जान, बाकी फालतू के टेस्ट ना कराए जान। जी मैम, अजकल HPV वैक्सीन जिहड़ी आ ਉਹ ਕਾਫੀ ਚਰਚਾ ਦੇ ਵਿੱਚ ਹੈ, ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਰਾਈਟ ਏਜ ਕੀ ਹੈਗੀ ਹੈ, ਔਰ ਇਨ ਕੇਸ ਉਹ ਏਜ ਨਿਕਲ ਜਾਵੇ ਤਾਂ ਇਹ ਵੈਕਸੀਨ ਸਾਨੂੰ ਕਦੋਂ ਲੈ ਲੈਣੀ ਚਾਹੀਦੀ ਔਰ ਕਿੰਨੀਆਂ ਸਟੇजेस ਦੇ ਵਿੱਚ ਹੈ? देखो, ये बहुत इंपॉर्टेंट सवाल है आज के टाइम पे, बिकॉज पूरी आई वुड से गवर्नमेंट का जोर लगा हुआ है कि जो सर्वाइकल कैंसर एक इहो जी जानलेवा बीमारी है जिहड़ा विमेन विच यूट्रस द माउथ जिन्हों असी सर्विक्स कहने आ, ਉਹਦੇ ਕੈਂਸਰ ਕਰਕੇ ਬਹੁਤ ਲੱਖਾਂ 'ਚ ਮਹਿਲਾਵਾਂ ਦੀ ਇੰਡੀਆ ਵਿੱਚ ਡੈਥ ਹੁੰਦੀ ਹੈ, ਕਿਉਂਕਿ ਇਹ ਡਿਜ਼ੀਜ਼ ਡਾਇਗਨੋਜ਼ ਹੀ ਲੇਟ ਸਟੇਜ ਤੇ ਹੁੰਦੀ ਹੈ ਜਦੋਂ ਇਲਾਜ ਪੋਸੀਬਲ ਨਹੀਂ ਹੈ, ਔਰ ਇੰਨੀ ਜਾਗਰੂਕਤਾ ਸਾਡੇ ਦੇਸ਼ ਦੀ ਜਨਤਾ ਵਿੱਚ ਨਹੀਂ ਹੈ ਕਿ ਉਹ ਇਸ ਕੈਂਸਰ ਬਾਰੇ ਜਾਣਨ। ਸੋ ਦਿਸ ਇਜ਼ ਦ ਓਨਲੀ ਕੈਂਸਰ ਜਿਹਦੀ ਵੈਕਸੀਨ ਅਵੇਲੇਬਲ ਹੈ, ਜਿਹਦੇ ਨਾਲ ਅਸੀਂ ਬਚਾਓ ਕਰ ਸਕਦੇ ਹਾਂ। ਸੋ HPV ਵੈਕਸੀਨ ਅਵੇਲੇਬਲ ਹੈ ਫ੍ਰੀਲੀ ਇੰਡੀਆ ਵਿੱਚ, ਔਰ ਅਸੀਂ 9 ਸਾਲ ਤੋਂ ਲੈ ਕੇ 15 ਸਾਲ ਦੇ ਬੱਚਿਆਂ 'ਚ ਆਈਡੀਅਲ ਏਜ ਜਿਹੜੀ ਹੈ ਉਹ 9 to 26 ਈਅਰਸ ਆਫ ਏਜ ਹੈ ਵਰਲਡ ਓਵਰ ਜਿੱਥੇ ਇਹ ਵੈਕਸੀਨ ਲਗਾਇਆ ਜਾਂਦਾ ਹੈ, ਔਰ 9 ਤੋਂ 15 ਸਾਲ ਦੀ ਗਰਲਸ ਵਿੱਚ ਜੇ ਅਸੀਂ ਵੈਕਸੀਨ ਦਿੰਦੇ ਹਾਂ ਓਨਲੀ 2 ਡੋਜ਼ਸ ਆਰ ਇਨਫ। ਇੱਕ 0 ਮੰਥਸ ਮਤਲਬ ਅੱਜ ਲਗਵਾਈ ਔਰ ਅੱਜ ਤੋਂ 6 ਮਹੀਨੇ ਬਾਅਦ ਲਗਵਾਈ। ਸੋ HPV ਵੈਕਸੀਨ ਦੀਆਂ 2 ਡੋਜ਼ਸ 9 ਤੋਂ ਲੈ ਕੇ 15 ਸਾਲ ਦੇ ਬੱਚਿਆਂ ਨੂੰ ਜਦੋਂ ਅਸੀਂ ਗਰਲਸ ਨੂੰ ਦਿੰਦੇ ਹਾਂ ਉਹ ਲਾਈਫ ਟਾਈਮ ਉਹਨਾਂ ਨੂੰ ਪ੍ਰੋਟੈਕਟ ਕਰਦੀਆਂ। ਨਾਓ ਸਪੋਜ਼ ਕਰੋ ਕਿਸੇ ਨੇ 15 ਸਾਲ ਤੱਕ ਨਹੀਂ ਲਗਵਾਈ ਤੇ ਉਸ ਤੋਂ ਅੱਗੇ ਜੇ ਚਲੀਏ ਤੇ ਇੰਡੀਆ ਵਿੱਚ ਟਿਲ ਦੀ ਏਜ ਆਫ 45 ਇਹ ਵੈਕਸੀਨ ਵਿਮਨ ਨੂੰ ਦਿੱਤੀ ਜਾ ਸਕਦੀ ਹੈ, ਔਰ ਉਦੋਂ ਅਸੀਂ ਕਹਿੰਦੇ ਕਿ 3 ਡੋਜ਼ਸ ਦੇਣੀਆਂ ਪੈਂਦੀਆਂ, ਜਿਵੇਂ ਇੱਕ ਅੱਜ ਦਿੱਤੀ, ਇੱਕ 2 ਮਹੀਨੇ ਬਾਅਦ ਔਰ ਇੱਕ ਉਸ ਤੋਂ 6 ਮੰਥਸ ਬਾਅਦ। ਸੋ 3 ਡੋਜ਼ਸ ਆਫ HPV ਵੈਕਸੀਨ ਜਿਹੜੀਆਂ ਉਹ ਐਡਵਾਈਜ਼ਡ ਹੈ for all women till the age of 45 starting from 9 years of age to protect against cervical cancer। जी,
ਇਹਦੇ ਸਿੰਪਟਮਸ ਕੀ ਨੇ? ਕਿਉਂਕਿ ਹੁਣ ਬਹੁਤ ਸਾਰੇ ਲੋਕ ਇਹ ਜਾਣਨਾ ਚਾਹੁੰਦੇ ਹੋਣਗੇ ਕਿ ਇਹ ਜੀ ਕੋਈ ਦਿੱਕਤ ਆ ਰਹੀ ਹੈ ਤੇ ਇਹਦਾ ਕੀ ਸਿੰਪਟਮ ਆ, ਵੀ ਅਸੀਂ ਫਟਾਫਟ ਡਾਕਟਰ ਦੇ ਕੋਲ ਜਾਈਏ। ਦੇਖੋ ਸਰਵਾਈਕਲ ਕੈਂਸਰ ਦੇ ਜਿਹੜੇ ਸਿੰਪਟਮਸ ਹੈ ਨਾ ਉਹ ਬੜੀ ਲੇਟ ਆਉਂਦੇ हैं और ये मोस्ट कॉमन है इन पोस्ट मीनोपॉजल लेडीज़ 50 60 70, क्योंकि ये जी वायरस कॉज करती है, HPV वायरस कॉज करती है सर्वाइकल कैंसर। और डिजीज एक बार इन्फेक्शन होने तो 10 तो लैके 20 साल के बाद कैंसर प्रेजेंट करता है। सो सिम्पटम्स की ने? इरेगुलर ब्लीडिंग, इंटरकोर्स तो बाद ब्लीडिंग, विजाइनल डिस्चार्ज ਜਿਹੜਾ ਫਾਊਲ ਸਮੈਲਿੰਗ ਹੈ, ਜਿਹੜਾ ਜਾ ਨਹੀਂ ਰਿਹਾ ਹੈ, ਜਾਂ ਫਿਰ ਐਡਵਾਂਸ ਸਟੇਜ ਵਿੱਚ weight loss ਹੋਏਗਾ ਔਰ ਭੁੱਖ ਨਹੀਂ ਲੱਗੇਗੀ, ਹੈ ਨਾ, ਜਿਵੇਂ ਬਾਕੀ ਕੈਂਸਰ ਦੇ ਜਿਹੜੇ ਸਿੰਪਟਮਸ ਹੈ। ਜੀ 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 ਮੈਮ, ਇੱਕ ਮਿਥ ਜਿਹੜੀ ਪੇਰੈਂਟਸ ਦੇ ਵਿੱਚ ਹੈ, ਜਿਵੇਂ ਮੇਰੀ ਗੱਲ ਹੋਈ ਇੱਕ ਦੋ ਪੇਰੈਂਟਸ ਦੇ ਨਾਲ, ਉਹਨਾਂ 'ਚ ਇਹ ਵੀ ਮਿਥ ਹੈ ਕਿ ਇਹ ਜਿਹੜੀ ਵੈਕਸੀਨ ਆ ਇਹ ਲਵਾਉਣ ਨਾਲ ਵੀ ਪੀਰੀਅਡਸ ਜਲਦੀ ਆ ਜਾਂਦੇ ਨੇ। ਨਹੀਂ, ਇਹ ਟਰੂ ਨਹੀਂ ਹੈ। ਪੀਰੀਅਡਸ ਤਾਂ ਮੈਂ ਜਿਵੇਂ ਤੁਹਾਨੂੰ ਕਿਹਾ ਹੈ ਕਿ ਚੇਂਜਿੰਗ ਲਾਈਫਸਟਾਈਲ ਕਰਕੇ ਵੈਸੇ ਹੀ ਬੱਚਿਆਂ ਦੇ ਪ੍ਰੀਪੋਨ ਹੋ ਰਹੇ ਹੈ। ਇਸ ਵੈਕਸੀਨੇਸ਼ਨ ਦਾ ਪੀਰੀਅਡ ਨਾਲ ਕੋਈ ਲਿੰਕ ਨਹੀਂ ਹੈ। ਚਾਹੇ ਬੱਚੇ ਨੂੰ ਪੀਰੀਅਡਸ ਆਉਂਦੇ ਹੈ ਚਾਹੇ ਨਹੀਂ ਆਉਂਦੇ, ਅਸੀਂ ਵੈਕਸੀਨ ਲਗਾ ਸਕਦੇ ਹਾਂ। ਡਿਊਰਿੰਗ ਮੈਂਸਸ, ਜਿਵੇਂ ਅੱਜ ਪੀਰੀਅਡ ਚੱਲ ਰਿਹਾ ਕਿ ਆਪਾਂ ਵੈਕਸੀਨ ਲਗਾ ਸਕਦੇ ਹਾਂ, ਯੈਸ। ਇਸ ਵੈਕਸੀਨ ਦੇ ਕੋਈ ਸਾਈਡ ਇਫੈਕਟਸ ਨਹੀਂ ਹੈ, ਬਹੁਤ ਮਾਈਨਰ, ਜਿਵੇਂ ਬਾਕੀ ਵੈਕਸੀਨ ਦੇ ਹੁੰਦੇ, ਥੋੜਾ ਜਿਹਾ ਪੇਨ ਹੋ ਗਿਆ, ਹਲਕਾ ਜਿਹਾ ਫੀਵਰ ਹੋ ਗਿਆ, 1-2 ਦਿਨ ਬਾਅਦ ਦੁਖੇਗੀ, that is all. So cervical cancer vaccine is very safe. It prevents cervical cancer more than 95% of the cases ਜਿਹੜਾ HPV virus cause ਕਰ ਰਹੀ ਹੈ। ਸੋ ਇਸ ਕਰਕੇ ਇਹ ਵਾਲੇ ਸਾਰੇ ਮਿਥ ਹੈ। ਜੀ, ਬਹੁਤ ਅੱਜ ਦੀ ਜਿਹੜੀ ਗੱਲਬਾਤ ਸੀ ਬਹੁਤ ਇੰਟਰਸਟਿੰਗ ਸੀਗੀ, ਬਟ ਇੱਕ ਖਾਸ ਔਰ ਬਹੁਤ ਜ਼ਰੂਰੀ ਚੀਜ਼ ਜਿਹੜੀ ਮੈਂ ਤੁਹਾਨੂੰ ਕਹਿਣਾ ਚਾਹੂੰਗੀ ਕਿ ਤੁਸੀਂ ਮਦਰਸ ਦੇ ਲਈ ਜੋ ਕਹਿਣਾ ਚਾਹੁੰਦੇ ਹੋ, ਉਹ ਮੈਸੇਜ ਮੈਂ ਤੁਹਾਡੇ ਕੋਲੋਂ ਲੈਣਾ ਚਾਹੁੰਦੀ। ਦੇਖੋ, ਮੈਂ ਇਹ ਚਾਹੁੰਦੀ ਹਾਂ ਕਿ ਅੱਜ ਦੇ ਟਾਈਮ ਵਿੱਚ ਜੇ ਅਗੇਨ ਕਮਿੰਗ ਟੂ ਦੈਟ ਕਿ ਜੇ ਮਦਰਸ ਜਾਗਰੂਕ ਹੋਣਗੀਆਂ, ਜੇ ਮਦਰਸ ਐਮਪਾਵਰਡ ਹੋਣਗੀਆਂ, ਹੁਣ ਐਮਪਾਵਰਡ ਹੈ ਨੌਲੇਜ, ਅਵੇਅਰਨੈਸ, ਐਜੂਕੇਸ਼ਨ, ਜੀ, ਤਾਂ ਉਹ ਆਪਣੀ ਡਾਟਰਸ ਨੂੰ ਵੀ ਸਟਰੋਂਗ ਵਿਮਨ ਬਣਾ ਸਕਦੀਆਂ। ਜੀ, ਸੋ ਜਿਵੇਂ ਆਪਾਂ ਕਹਿੰਦੇ ਆ ਕਿ ਮਦਰਸ ਜਾਂ ਵੂਮਨ ਕਿਸੇ ਵੀ ਸੁਸਾਇਟੀ ਦਾ ਪਿਵਟ ਹੈ। ਜੀ, ਅਗਰ ਵਿਮਨ ਸਟਰੋਂਗ ਹੈ, ਅਸੀਂ ਕਲੀਅਰ ਹਾਂ ਕਿ ਅਸੀਂ ਕੀ ਕਰਨਾ ਹੈ, ਉਹ ਕਨਵਿਕਸ਼ਨ ਅਸੀਂ ਆਪਣੀ ਡਾਟਰਸ ਨੂੰ ਵੀ ਦੇ ਸਕਦੇ ਹਾਂ, ਹੈ ਨਾ। ਸੋ ਸਾਡਾ ਬਹੁਤ ਇੰਪੋਰਟੈਂਟ ਰੋਲ ਹੈ ਸੁਸਾਇਟੀ ਦੀ ਐਵੋਲਿਊਸ਼ਨ ਵਿੱਚ, ਸੁਸਾਇਟੀ ਨੂੰ ਅੱਗੇ ਲੈ ਕੇ ਜਾਣ ਵਿੱਚ। ਸੋ ਅਸੀਂ ਆਪਣੇ ਡਾਟਰਸ ਨੂੰ ਜੇ ਇਹ ਕੌਨਫੀਡੈਂਸ ਦਿੰਦੇ ਹਾਂ ਕਿ ਬਈ ਯੂ ਆਰ ਨੋ ਲੈਸ, ਔਰ ਜਿਹੜਾ ਪੀਰੀਅਡਸ ਹੈ ਆਣਾ, ਇਟ ਇਜ਼ ਅ ਵੈਰੀ ਹੈਲਦੀ ਫਿਨੋਮੀਨਾ। ਇਹਨੂੰ ਇੱਕ ਪ੍ਰੋਬਲਮ ਵਾਂਗੂ ਨਾ ਲਓ, ਲੈਟਸ ਫੀਲ ਪ੍ਰਾਊਡ ਕਿ ਹਾਂ ਬਈ ਪੀਰੀਅਡਸ ਆ ਰਹੇ, ਵੀ ਆਰ ਵੈਰੀ ਹੈਲਦੀ। ਸੋ ਜਿਵੇਂ ਬॉयਜ਼ ਹੈ, ਹੁਣ ਉਹਨਾਂ ਦੀ हेयर आते हैं, फेशियल हेयर है, शेव करनी पै रही है, उन्होंने वॉइस चेंज हो रही है, दे आर बिकमिंग टॉलर। सिमिलरली ये चेंजेस गर्ल्स च आ रही हैं। सो ये ना तो शाय फील करने की लोड़ है, ना ही इनू छुपाने की लोड़ है। वी कैन ऑल टॉक इट इन पब्लिक बिकॉज इट्स अ वेरी वेरी नैचुरल एंड अ नॉर्मल फिनोमिना। जी जी, ਬਿਲਕੁਲ, ਇਹ ਗੱਲਬਾਤ ਵਾਕਈ ਹੀ ਨਾਰਮਲਾਈਜ਼ ਹੋਣੀ ਚਾਹੀਦੀ, ਬਿਕੋਜ਼ ਸਾਡੀ ਸੋਸਾਇਟੀ ਦੇ ਵਿੱਚ, ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਐਕਸਟਰਾ ਆਰਡੀਨਰੀ ਵੀ ਹੋ ਰਹੀਆਂ ਨੇ। ਸੋ ਇਹ ਜਿਹੜਾ ਫਿਜ਼ੀਕਲ ਫਿਨੋਮੀਨਾ ਹੈ, ਕੁਦਰਤੀ ਹੈ, ਉਹਦੇ ਬਾਰੇ ਤਾਂ ਡੈਫੀਨੇਟਲੀ ਸਾਨੂੰ ਪਹਿਲਾਂ ਤੋਂ ਜਾਣਕਾਰੀ ਹੋਣਾ ਮੇਰੇ ਖਿਆਲ ਦੇ ਵਿੱਚ ਸਾਡਾ ਹੱਕ ਵੀ ਬਣਦਾ ਹੈ। ਬਿਲਕੁਲ। ਡਾਕਟਰ ਸੀਮਾ, ਥੈਂਕ ਯੂ ਸੋ ਮਚ ਗੱਲਬਾਤ ਕਰਨ ਲਈ, ਬਹੁਤ ਬਹੁਤ ਸ਼ੁਕਰੀਆ। ਆਪਾਂ ਜਲਦੀ ਮਿਲਦੇ ਹਾਂ ਇੱਕ ਹੋਰ ਨਵੇਂ ਵਿਸ਼ੇ ਦੇ ਨਾਲ। ਥੈਂਕ ਯੂ ਜੀ, ਬਹੁਤ ਬਹੁਤ ਸ਼ੁਕਰੀਆ।